ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਬਹੁਤ ਹੀ ਬੜਭਾਗੀ ਹਾਂ ਅਸੀਂ ਸਾਰੇ, ਜੋ ਸਤਿਗੁਰਾਂ ਨੇ ਅਪਾਰ ਅਪਾਰ ਬਖਸ਼ਿਸ਼ ਕੀਤੀ ਸਾਡੇ ਜੀਵਾਂ ਤੇ। ਇਹ ਜੋ ਸਾਡੇ ਜੀਵਨ ਦਾ ਮਨੋਰਥ, ਭਾਈ ਪ੍ਰਾਪਤ ਮਨੁੱਖ ਦੇ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਜੋ ਵਾਹਿਗੁਰੂ ਨੇ ਸਾਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ ਪ੍ਰਮਾਤਮਾ ਦੇ ਮਿਲਾਪ ਲਈ, ਇਹ ਹੁਣ ਆਪਾਂ ਨੂੰ ਸੁਭਾਗਾ ਸਮਾਂ ਮਿਲਿਆ ਆਪਾਂ ਵਿਚਾਰਨ ਦਾ। ਤੇ ਹੋਰ ਵੱਡੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ, ਜੋ ਸਾਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਪ੍ਰਾਪਤ ਹੋਈ, ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਈ, ਜਿਸ ਦਾ ਜਰੀਆ ਅਸੀਂ ਹੁਣ ਸਭ ਰਲ ਮਿਲ ਕੇ ਆਪਾਂ ਵਿਚਾਰ ਰਹੇ ਹਾਂ ਔਰ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਆਓ ਜੋ ਵਿਚਾਰ ਚੱਲ ਰਹੀ ਆਪਣੀ ਲੜੀਵਾਰ, ਜਿਸ ਤਰ੍ਹਾਂ ਆਪਾਂ ਪਿਛਲੀ ਵਾਰੀ ਭੇਦ ਲਿਆ ਸੀ ਨਿਰੰਕਾਰ ਦਾ, ਫਿਰ ਸਤਿਗੁਰ ਦਾ, ਤੇ ਕਿਸ ਤਰ੍ਹਾਂ ਨਿਰੰਕਾਰ ਨੇ ਸਤਿਗੁਰ ਨੂੰ ਇਸ ਲੋਕ ਦੇ ਵਿੱਚ ਭੇਜਿਆ, ਸਤਿਗੁਰਾਂ ਦੇ ਆਉਣ ਦਾ ਮਨੋਰਥ ਕੀ ਹੈ, ਇਹ ਸਾਰਾ ਆਪਾਂ ਪਿਛਲੀ ਵਾਰ ਸਰਵਣ ਕੀਤਾ ਸੀ। ਹੁਣ ਆਪਾਂ ਇਸ ਵਾਰ ਜੋ ਹੈ ਉਹ ਸਰਵਣ ਕਰਨਾ ਹੈ ਬਈ ਕਿਸ ਤਰ੍ਹਾਂ ਇਹ ਖੇਡ ਅੱਗੇ ਗੁਰਮੁਖਾਂ ਨੇ ਫਿਰ ਤੋਰਿਆ, ਕਿਸ ਤਰ੍ਹਾਂ ਫਿਰ ਗੁਰੂ ਅੰਗਦ ਦੇਵ ਜੀ ਨੂੰ ਜਿਹੜਾ ਹੈ ਇਹ ਸੇਵਾ ਬਖਸ਼ਿਸ਼ ਕੀਤੀ। ਤੇ ਅੱਜ ਆਪਾਂ ਵਿਚਾਰ ਜਿਹੜੀ ਹੈ ਉਹ ਕਰਾਂਗੇ ਗੁਰੂ ਅੰਗਦ ਦੇਵ ਜੀ ਦੇ ਬਾਰੇ ਚ, ਕਿਸ ਤਰ੍ਹਾਂ ਉਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਆਏ, ਕਿਸ ਤਰ੍ਹਾਂ ਸਤਿਗੁਰ ਦੀ ਸੰਗਤ ਵਿੱਚ ਆਏ, ਤੇ ਸੰਗਤ ਵਿੱਚ ਆ ਕੇ ਕਿਸ ਤਰ੍ਹਾਂ ਫਿਰ ਉਹਨਾਂ ਨੇ ਗੁਰਮਤਿ ਦਾ ਗਿਆਨ ਲਿਆ, ਫਿਰ ਮਿਹਨਤ ਕੀਤੀ ਤੇ ਸੱਚ ਨਾਲ ਮਿਲਾਪ ਕੀਤਾ। ਹੁਣ ਸਾਨੂੰ ਗੁਰਬਾਣੀ ਗੁਰੂ ਚ ਦੱਸਿਆ ਹੈ ਵੀ ਜਿਹਦੇ ਤੇ ਸਤਿਗੁਰ ਕਿਰਪਾ ਕਰਦਾ ਹੈ, ਜਿਹਦੇ ਤੇ ਅਕਾਲ ਪੁਰਖ ਕਿਰਪਾ ਕਰਦਾ ਹੈ, ਉਹਨਾਂ ਨੂੰ ਸੱਚੀ ਸੰਗਤ ਬਖਸ਼ਿਸ਼ ਕਰਦਾ ਹੈ, ਸਤਿਗੁਰ ਦਾ ਸੰਜੋਗ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਤੇ ਉਹ ਆਪਣੇ ਜੀਵਨ ਦਾ ਲਾਹਾ ਲੈਂਦੇ। ਤਾਂ ਫਿਰ ਜਦੋਂ ਆਪਣੇ ਜੀਵਨ ਦਾ ਲਾਹਾ ਲੈਂਦੇ ਆ, ਫਿਰ ਦੂਸਰਿਆਂ ਨੂੰ ਵੀ ਉਸ ਲਾਹੇ ਲਈ ਪ੍ਰੇਰਦੇ ਆ, ਕਿਉਂਕਿ ਉਹਨਾਂ ਦੀ ਉਹ ਫਿਰ ਸੇਵਾ ਡਿਊਟੀ ਬਣ ਜਾਂਦੀ ਹੈ। ਉਹ ਆਪਣੀ ਸੇਵਾ ਨਿਭਾਉਂਦੇ, ਫਿਰ ਜਿੰਨਾ ਚਿਰ ਉਹ ਜੀਵਨ ਕਾਲ ਚ ਹੁੰਦੇ ਆ ਉਹ ਸੇਵਾ ਨਿਭਾਉਂਦੇ, ਉਹ ਫਿਰ ਦੂਸਰਿਆਂ ਦਾ ਵੀ ਸੋਚਦੇ ਵੀ ਅਸੀਂ ਤੇ ਮੁਕਤ ਹੋ ਗਏ ਤੇ ਇਹ ਹੁਣ ਜਿਹੜੇ ਜੀਵ ਹੈ ਇਹ ਵੀ ਮੁਕਤ ਹੋ ਜਾਣ। ਇਸ ਤਰ੍ਹਾਂ ਇਹ ਸਾਨੂੰ ਦੱਸਿਆ ਵੀ ਜਦੋਂ ਅਕਾਲ ਪੁਰਖ ਨੇ ਸਤਿਗੁਰ ਨੂੰ ਭੇਜਿਆ ਇਸ ਲੋਕ ਦੇ ਵਿੱਚ, ਤੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਨਾਨਕ ਦਿਓ ਹੈ ਪਰਮੇਸ਼ਰ ਸੋਈ। ਕਹਿੰਦੇ ਉਹ ਪ੍ਰਭੂ ਦਾ ਰੂਪ ਹੀ ਸਨ ਤੇ ਦੇਵਿਆਂ ਦੇ ਦੇਵਤਿਆਂ ਦੇ ਦੇਵ ਮਹਾਦੇਵ ਜਿਹਨੂੰ ਕਿਹਾ ਜਾਂਦਾ ਹੈ, ਉਹ ਸਾਰਿਆਂ ਦਾ ਉਹਨਾਂ ਦੇ ਵਿੱਚ ਹੀ ਆ ਜਾਂਦੇ, ਦੇਵੀ ਦੇਵਤੇ ਸਾਰੇ। ਤੇ ਉਹ ਉਸ ਨਿਰੰਕਾਰ ਦਾ ਹੀ ਰੂਪ ਸਨ ਜਿਨ੍ਹਾਂ ਨੂੰ ਕਿਹਾ ਹੈ ਪਰਮੇਸ਼ਰ ਸੋਈ। ਗੁਰ ਅੰਗ ਤੇ ਜੋਤੀ ਜੋਤ ਸਮੋਈ। ਉਹਨਾਂ ਤੋਂ ਅੱਗੇ ਫਿਰ ਗੁਰੂ ਅੰਗਦ ਦੇਵ ਜੀ ਜਦੋਂ ਉਹਨਾਂ ਦਾ ਹੀ ਰੂਪ ਹੋ ਗਏ, ਸਤਿਗੁਰ ਦਾ ਆਪਣੇ ਆਤਮ ਰੂਪ ਹੋ ਗਏ, ਉਹਨਾਂ ਦਾ ਹੀ ਰੂਪ ਹੋ ਗਏ, ਤੇ ਫਿਰ ਅੱਗੇ ਉਹਨਾਂ ਨੇ ਜਿਹੜੀ ਇਹ ਸੇਵਾ ਸੰਭਾਲੀ। ਅਮਰਾ ਪਦ ਗੁਰ ਅੰਗਦੋਂ ਹੋਏ ਜਾਨ ਜਨੋਈ, ਗੁਰ ਅਮਰੋਂ ਗੁਰ ਰਾਮਦਾਸ ਅੰਮ੍ਰਿਤ ਰਸ ਭੋਈ। ਅਮਰਦਾਸੋਂ ਅਰਜਨ ਗੁਰ ਗੁਰ ਸ਼ਬਦ ਸਥੋਈ, ਹਰ ਗੋਬਿੰਦ ਗੁਰ ਅਰਜਨੋਂ ਗੁਰ ਗੋਬਿੰਦ ਹੋਈ। ਗੁਰਮੁਖ ਸੁਖ ਫਲ ਪਰਮ ਰਸ, ਸਤ ਸੰਗ ਅਲੋਈ। ਗੁਰ ਗੋਬਿੰਦੋਂ ਬਾਹਰਾ ਦੂਜਾ ਨਹੀਂ ਕੋਈ। ਕਹਿੰਦੇ ਇਹ ਸਤਿਗੁਰੂ ਨਿਰੰਕਾਰ ਦਾ ਹੀ ਰੂਪ ਹੈ
ਉਹ ਗੁਰੂ ਗੋਬਿੰਦੋਂ ਬਾਹਰਾ ਦੂਜਾ ਨਹੀਂ ਕੋਈ, ਭਾਵ ਵੀ ਉਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਤੋਂ ਬਾਹਰ ਕੋਈ ਵੀ ਨਹੀਂ ਹੈ। ਇਹ ਸਾਰੇ ਉਹਦਾ ਰੂਪ ਜਿਹੜਾ ਸੀ ਉਹ ਸਤਿਗੁਰ ਰੂਪ ਹੋ ਕਰਕੇ ਸਾਡੇ ਜੀਵਾਂ ਦੇ ਕਲਿਆਣ ਵਾਸਤੇ ਆਏ। ਤਾਂ ਇਸ ਤਰ੍ਹਾਂ ਉਹਨਾਂ ਨੇ ਜਿਹੜੀ ਹੈ ਅੱਗੇ ਸੇਵਾ ਬਖਸ਼ਿਸ਼ ਕੀਤੀ ਉਹਨਾਂ ਜੀਵਾਂ ਨੂੰ, ਜਿਨ੍ਹਾਂ ਨੇ ਇਹ ਸਤਿਗੁਰਾਂ ਨੇ ਉਹਨਾਂ ਨੂੰ ਸੇਵਾ ਬਖਸ਼ਿਸ਼ ਕੀਤੀ, ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਸਤ ਸਤ ਕਰਕੇ ਮੰਨਿਆ ਔਰ ਉਸ ਦੱਸੇ ਰਸਤੇ ਤੇ ਚੱਲੇ, ਪ੍ਰਭੂ ਨਾਲ ਮਿਲਾਪ ਕੀਤਾ ਤੇ ਉਹਨਾਂ ਨੂੰ ਇਹ ਸੇਵਾ ਪ੍ਰਾਪਤ ਹੋਈ। ਹੁਣ ਦੱਸਦੇ ਆ, ਆਪਾਂ ਨੂੰ ਦੱਸਿਆ ਵੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਨਾਮ ਭਾਈ ਲਹਿਣਾ ਸੀ ਪਹਿਲਾਂ, ਤਾਂ ਉਹ ਕੀ ਕਰਦੇ ਸੀ, ਇਹ ਹੁਣ ਆਪਣੇ ਸਿੱਖਿਆ ਵਾਸਤੇ ਜਿਹੜੀ ਆਪਾਂ ਉਹਨਾਂ ਦਾ ਜੀਵਨ ਦੀ ਝਾਂਤ ਜਿਹੜੀ ਮਾਰਨੀ ਹੈ ਵੀ ਸਾਨੂੰ ਹੁਣ ਕਿਸ ਤਰ੍ਹਾਂ ਸਿੱਖਿਆ ਮਿਲੇ, ਕਿਉਂਕਿ ਆਪਾਂ ਹੁਣ ਸਿੱਖ ਰਹੇ ਜੀਵਨ ਜਾਂਚ, ਤੇ ਜੀਵਨ ਜਾਂਚ ਸਿੱਖਣ ਲਈ ਆਪਾਂ ਨੂੰ ਫਿਰ ਜਿੱਥੇ ਗੁਰਬਾਣੀ ਦੀ ਵਿਚਾਰ ਆਪਾਂ ਨੂੰ ਸਰਵਣ ਕਰਨੀ ਪੈਂਦੀ ਹੈ, ਉਹਨੂੰ ਪੜ੍ਹਨਾ ਪੈਂਦਾ, ਸੁਣਨਾ ਪੈਂਦਾ, ਵਿਚਾਰਨਾ ਪੈਂਦਾ, ਅਭਿਆਸ ਕਰਨਾ ਪੈਂਦਾ ਹੈ, ਤੇ ਉਹਦੇ ਨਾਲ ਨਾਲ ਆਪਾਂ ਉਹਨਾਂ ਦਾ ਜੀਵਨ ਵੀ ਦੇਖਦੇ ਹਾਂ ਵੀ ਕਿਸ ਤਰ੍ਹਾਂ ਉਹਨਾਂ ਦੇ ਜੀਵਨ 'ਚ ਤਬਦੀਲੀ ਆਈ। ਹੁਣ ਜਦੋਂ ਗੁਰਮੁਖ ਕੀ ਸੀ, ਉਹ ਦੇਵੀ ਦੇ ਉਪਾਸ਼ਕ ਸਨ ਤੇ ਜਾਂਦੇ ਸੀ ਸੰਗ ਲੈ ਕੇ ਤੇ ਹਰ ਸਾਲ, ਤੇ ਉਹਨਾਂ ਭਾਈ ਜੋਧ ਜੀ ਗੁਰਮੁਖ ਸਨ, ਉਹ ਉੱਥੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਿਆ ਕਰਦੇ ਸੀ, ਉਹ ਵੀ ਪਿੰਡ ਸੰਗਤ ਤੋਂ ਹੀ ਸਨ। ਤੇ ਉਹ ਜਦੋਂ ਸੰਗਤ ਕਰਦੇ ਕਰਤਾਰਪੁਰ ਸਾਹਿਬ, ਤੇ ਜਦੋਂ ਇਹਨਾਂ ਨਾਲ ਮਿਲਾਪ ਹੁੰਦਾ ਕਿਤੇ ਭਾਈ ਲਹਿਣਾ ਜੀ ਨਾਲ, ਤੇ ਇਹਨਾਂ ਨੂੰ ਵੀ ਸ਼ਬਦ ਦੀ ਵਿਚਾਰ ਸੁਣਾਉਂਦੇ। ਤੇ ਭਾਈ ਲਹਿਣਾ ਜੀ ਜਦੋਂ ਉਹਨਾਂ ਕੋਲੋਂ ਸ਼ਬਦ ਦੀ ਵਿਚਾਰ ਸੁਣਦੇ ਤੇ ਨਾਲ ਗੁਰੂ ਨਾਨਕ ਦੀ ਬਾਣੀ ਦਾ ਉਹ ਦ੍ਰਿਸ਼ਟਾਂਤ ਦਿੰਦੇ, ਤੇ ਉਹ ਉਹਨਾਂ ਨੂੰ ਬੜੀ ਇਸ ਮਿੱਠੀ ਲੱਗਦੀ ਹੈ ਸਾਰੀ ਕਹਾਣੀ ਇਕੱਠ ਦੀ। ਤੇ ਇਹ ਇਸੇ ਕਰਕੇ ਜਿਹੜਾ ਆਪਾਂ ਗੁਰਮੁਖ ਵਿਚਾਰ ਕਰਦੇ ਨਾ, ਕਹਿੰਦੇ ਵੀ ਵਿਚਾਰ ਕਰਨੀ ਤੁਸੀਂ ਜਿੰਨੀ ਤੁਹਾਨੂੰ ਭੇਦ ਆ ਉਨੀ ਤੁਸੀਂ ਸ਼ਬਦ ਦੀ ਵਿਚਾਰ ਕਰਨੀ ਹੈ। ਉਹ ਇਸੇ ਕਰਕੇ ਹੈ ਵੀ ਜਦੋਂ ਆਪਾਂ ਨੂੰ ਭੇਦ ਆ ਜਾਂਦਾ ਹੈ ਤੇ ਆਪਾਂ ਫਿਰ ਦੂਸਰੇ ਨੂੰ ਵੀ ਭੇਦ ਦੇਣਾ ਹੁੰਦਾ, ਵੀ ਜਦੋਂ ਆਪਾਂ ਨੂੰ ਭੇਦ ਲੱਗ ਗਿਆ ਵੀ ਆਪਾਂ ਹੁਣ ਦੂਸਰੇ ਨੂੰ ਵੀ ਭੇਦ ਦਈਏ ਵੀ ਇਹ ਇਸ ਤਰ੍ਹਾਂ ਪਰਮਾਤਮਾ ਸਾਰਿਆਂ ਦੇ ਅੰਦਰ ਹੀ ਹੈ, ਆਪਾਂ ਅੰਦਰ ਕਦੇ ਝਾਤੀ ਨਹੀਂ ਮਾਰੀ, ਤੇ ਆਪਾਂ ਅੰਦਰ ਦੇਖੀਏ ਆਪਣਾ ਮਨ ਜਿਹੜਾ ਉਹ ਬਾਹਰ ਮੁਖੀ ਹੋਇਆ ਪਿਆ ਹੈ, ਸਰੀਰ ਦੇ ਗਿਆਨ ਇੰਦਰੀ ਕਰਮ ਇੰਦਰੀਆਂ ਦਾ ਇਸਤੇਮਾਲ ਕਰਦਾ ਹੈ, ਜਿਹੜੇ ਇਹਦੇ ਆਪਣੇ ਗਿਆਨ ਇੰਦਰੀ ਕਰਮ ਇੰਦਰੀ ਆ ਉਹਨਾਂ ਦਾ ਇਸਤੇਮਾਲ ਨਹੀਂ ਕਰਦਾ। ਇਸ ਲਈ ਆਪਾਂ ਅੰਤਰਗਤ ਦੇਖਣਾ, ਤੇ ਉਹ ਜਦੋਂ ਗੁਰਮੁਖ ਦੇਖਦੇ ਤੇ ਉਹਨਾਂ ਤੇ ਕਿਰਪਾ ਹੁੰਦੀ। ਇਸ ਤਰ੍ਹਾਂ ਹੀ ਜਦੋਂ ਭਾਈ ਲਹਿਣਾ ਜੀ ਨੂੰ ਇਹ ਗਿਆਨ ਉਹਨਾਂ ਨੇ ਦਿੱਤਾ, ਭਾਈ ਜੋਧ ਜੀ ਨੇ, ਤੇ ਉਹਨਾਂ ਤੇ ਕਿਰਪਾ ਹੋਈ ਤੇ ਉਹਨਾਂ ਦੇ ਮਨ 'ਚ ਉਤਸ਼ਾਹ ਪੈਦਾ ਹੋਇਆ ਸਤਿਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਨ ਦਾ। ਤੇ ਉਹ ਉੱਥੇ ਸੰਗ ਲੈ ਕੇ ਜਦੋਂ ਇਸ ਵਾਰ ਸੰਗਤ ਨੂੰ ਗਏ, ਜਿਹੜੇ ਦੇਵੀ ਦੇ ਜਾਂਦੇ ਸੀ, ਤੇ ਉਹਨਾਂ ਨੇ ਸੰਗ ਨੂੰ ਪਹਿਲਾਂ ਹੀ ਕਹਿਤਾ ਵੀ ਇਸ ਵਾਰ ਨਾ ਆਪਾਂ ਕਰਤਾਰਪੁਰੋਂ ਹੋ ਕੇ ਜਾਣਾ, ਸਤਿਗੁਰਾਂ ਦੀ ਸੰਗਤ ਕਰਕੇ ਫਿਰ ਅੱਗੇ ਚੱਲਾਂਗੇ। ਤੇ ਮਨ ਦੇ ਵਿੱਚ ਉਤਸ਼ਾਹ ਆਪਣਾ ਜੀਵਨ ਦਾ ਲਾਹਾ ਲੈਣ ਦਾ ਬਹੁਤ ਜ਼ਿਆਦਾ ਸੀ। ਸੋ ਉੱਥੇ ਜਾ ਕੇ ਉਹਨਾਂ ਨੇ ਜਿਸ ਤਰ੍ਹਾਂ ਪਹੁੰਚੇ ਸ਼ਾਮ ਨੂੰ, ਤੇ ਸ਼ਾਮ ਨੂੰ ਦੀਵਾਨ ਦੀ ਸਮਾਪਤੀ ਹੋ ਗਈ, ਤੇ ਉਹ ਫਿਰ ਜਦੋਂ ਪਹੁੰਚੇ ਤੇ ਸੰਗ ਸੀ, ਉਹ ਸੰਗ ਵਾਲਿਆਂ ਨੂੰ ਉੱਥੇ ਬਾਹਰ ਪਿੰਡ ਦੇ ਬਿਠਾ ਗਏ ਵੀ ਤੁਸੀਂ ਉਹਨਾਂ ਦਾ ਉੱਥੇ ਪੜਾ ਪਵਾਤਾ, ਉੱਥੇ ਬੈਠ ਗਏ ਤੇ ਆਪ ਸਤਿਗੁਰਾਂ ਦੇ ਦਰਸ਼ਨਾਂ ਨੂੰ ਚਲੇ ਗਏ। ਉੱਥੇ ਗਏ ਤੇ ਸੰਗਤ ਦੀ ਸਮਾਪਤੀ ਹੋ ਚੁੱਕੀ ਸੀ, ਪਰ ਸਮਾਪਤੀ ਤੋਂ ਬਾਅਦ ਵੀ ਸਤਿਗੁਰੂ ਜਦੋਂ ਫਿਰ ਆਏ ਬਾਹਰ ਵਾਪਸ, ਤੇ ਉੱਥੇ ਫਿਰ ਬੈਠ ਗਏ ਉਹਨਾਂ ਦੇ ਕੋਲ ਸਾਰੀ ਸੰਗਤ ਜਿਹੜੀ ਸੀ। ਤੇ ਉੱਥੇ ਭਾਈ ਜੋਧ ਜੀ ਨੇ ਭਾਈ ਲਹਿਣਾ ਜੀ ਦਾ ਵੀ ਜਿਹੜਾ ਸੀ ਉਹ ਦੱਸਿਆ ਵੀ ਇਸ ਤਰ੍ਹਾਂ ਇਹ ਸੰਗਤ ਕਰਦੇ ਆ, ਦੇਵੀ ਦੇ ਜਾਂਦੇ ਆ, ਤੇ ਉਹ ਸਾਰੀ ਉਹਨਾਂ ਨਾਲ ਵਿਚਾਰ ਹੋਈ ਤੇ ਸਤਿਗੁਰੂ ਵੀ ਬੈਠ ਗਏ। ਸਤਿਗੁਰਾਂ ਨੇ ਦੱਸਿਆ ਵੀ ਇਸ ਤਰ੍ਹਾਂ ਇਹ ਜਿਹੜਾ ਮਨੁੱਖਾ ਜਨਮ ਆਪਾਂ ਨੂੰ ਕਿਸ ਵਾਸਤੇ ਮਿਲਿਆ, ਸਾਰੀ ਉਹਦੀ ਕਹਾਣੀ ਤੇ ਅਕਥ ਦਾ ਗਿਆਨ ਦਿੱਤਾ ਵੀ ਇਹ ਪ੍ਰਭੂ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲਿਆ। ਤੇ ਇਹ ਜਦੋਂ ਆਪਾਂ ਗੁਰੂ ਤੋਂ ਗਿਆਨ ਲੈ ਕੇ ਅਭਿਆਸ ਕਰਦੇ ਫਿਰ ਆਪਾਂ, ਤੇ ਆਪਣੇ ਅੰਤਰਗਤ ਹੀ ਮਿਲਾਪ ਹੁੰਦਾ ਹੈ, ਤੇ ਤਾਂ ਆਪਣਾ ਜੀਵਨ ਸਫਲ ਹੁੰਦਾ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਵੀ ਦੱਸੋ ਤੁਸੀਂ ਹੁਣ ਜਿਹੜੀ ਸੰਗਤ ਕਰਦੇ ਦੇਵੀ ਜੀ, ਤੇ ਉਹ ਕੀ ਉਪਦੇਸ਼ ਕੀਤਾ ਸਾਨੂੰ ਵੀ ਸੁਣਾਓ। ਤੇ
ਉਹ ਭਾਈ ਲਹਿਣਾ ਜੀ ਨੂੰ ਚੁੱਪ ਹੋ ਗਏ ਵੀ ਕਹਿੰਦੇ ਜੀ ਵੀ ਉੱਥੇ ਤਾਂ ਉਪਦੇਸ਼ ਤੇ ਕੋਈ ਨਹੀਂ ਕਰਦੀ ਦੇਵੀ, ਅਸੀਂ ਤੇ ਸੰਗ ਲੈ ਕੇ ਜਾਂਦੇ ਆ, ਜਾ ਕੇ ਉੱਥੇ ਭੇਟਾਂ ਗਾਉਂਦੇ ਆ, ਪਾਠ ਪੂਜਾ ਕਰਦੇ ਆ ਤੇ ਵਾਪਸ ਆ ਜਾਂਦੇ ਆ। ਉਹ ਤੇ ਕੋਈ ਦੇਵੀ ਨੇ ਸਾਨੂੰ ਉਪਦੇਸ਼ ਨਹੀਂ ਕਦੇ ਕੀਤਾ। ਤੇ ਸਤਿਗੁਰ ਏਦਾਂ ਫਿਰ ਉੱਠ ਕੇ ਚੱਲਣ ਲੱਗੇ। ਕਹਿੰਦੇ ਜੀ ਠੀਕ ਹੈ, ਕਰੋ ਹੁਣ ਤੁਸੀਂ ਪ੍ਰਸ਼ਾਦਾ ਪਾਣੀ ਛਕੋ, ਆਰਾਮ ਕਰੋ, ਤੇ ਸੁਬਾਹ ਤੁਹਾਨੂੰ ਸਵਖਤੇ ਦੇਵੀ ਤੇ ਦੇਵਤਿਆਂ ਦੇ ਦਰਸ਼ਨ ਕਰਾਵਾਂਗੇ। ਹੁਣ ਉਹ ਜਦੋਂ ਇਹ ਗੱਲ ਸੁਣੀ ਵੀ ਸੁਬਾਹ ਦੇਵੀ ਤੇ ਦੇਵਤਿਆਂ ਦੇ ਦਰਸ਼ਨ ਕਰਾਵਾਂਗੇ, ਤੇ ਭਾਈ ਲਹਿਣਾ ਜੀ ਦੇ ਮਨ 'ਚ ਬੜਾ ਇਹ ਸੁਣ ਕੇ ਮਨ 'ਚ ਹੋਇਆ ਵੀ ਦੇਵੀ ਦੇਵਤੇ ਦੇ ਦਰਸ਼ਨ ਇੱਥੇ ਹੋ ਜਾਣਗੇ। ਤੇ ਹੁਣ ਉਹ ਜਦੋਂ ਇਸ ਤਰ੍ਹਾਂ ਆਰਾਮ ਕਰਦੇ, ਫਿਰ ਨੀਂਦ ਕਿੱਥੇ ਆਵੇ। ਸਤਿਗੁਰਾਂ ਦੇ ਬਚਨ ਹੀ ਐਸੇ ਜਿਹੜੇ ਸੀ ਅਮੋਲਕ ਸੁਣੇ, ਉਹ ਜਿਹੜੇ ਸੀ ਉਹ ਲੱਗੇ ਦਿਲ ਤੇ ਜਾ ਕੇ, ਮਨ ਤੇ ਅਸਰ ਹੋਇਆ। ਮਨ ਤੇ ਅਸਰ ਉਦੋਂ ਹੁੰਦਾ ਹੈ ਜਦੋਂ ਸਾਡਾ ਮਨ ਵਿਰਾਗੀ ਹੁੰਦਾ ਹੈ, ਜਦੋਂ ਸਾਡਾ ਮਨ ਸੁਣਨ ਦੀ ਅਵਸਥਾ ਤੇ ਹੁੰਦਾ ਹੈ, ਉਦੋਂ ਮਨ ਤੇ ਅਸਰ ਹੁੰਦਾ ਹੈ। ਨਹੀਂ ਤੇ ਪੰਜਾਂ ਨੇ ਸ਼ੋਰ ਹੀ ਨਾ ਪਾਇਆ ਹੁੰਦਾ ਹੈ, ਸਾਡੇ ਮਨ ਨੂੰ ਗੁਰੂ ਦੀ ਗੱਲ ਸੁਣਨ ਨਹੀਂ ਦਿੰਦੇ, ਗੁਰਬਾਣੀ ਪੜ੍ਹਦਿਆਂ ਨਹੀਂ ਸੁਣਨ ਦਿੰਦੇ। ਇਸ ਕਰਕੇ ਜਦੋਂ ਇਹ ਪਿੱਛੇ ਹਟਦੇ ਆ, ਸਤਿਗੁਰ ਕਿਰਪਾ ਕਰਦੇ ਆ, ਅਸੀਂ ਬੇਨਤੀਆਂ ਕਰਦੇ ਆ ਵੀ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਮਾਲਕ ਦੀ ਜਿਹੜੀ ਹੈ ਉਹ ਬਚਨ ਦ੍ਰਿੜ ਕਰਕੇ ਮਨ ਮੰਨ ਲੈ, ਅਸੀਂ ਵੀ, ਸਾਡੀ ਵੀ ਸੁਰਤੀ ਨਾਮ ਨਾਲ ਜੁੜ ਜੇ, ਸਾਨੂੰ ਵੀ ਦਰ ਘਰ ਦਾ ਭੇਦ ਆ ਜੇ। ਤੇ ਜਦੋਂ ਇਸ ਤਰੀਕੇ ਨਾਲ ਕਰਦੇ ਆਪਾਂ ਬੇਨਤੀ, ਉਹ ਕਿਰਪਾ ਕਰਦਾ। ਹੁਣ ਉਹ ਜਦੋਂ ਇਹ ਬਚਨ ਉੱਥੇ ਸੁਣੇ ਤੇ ਹੁਣ ਸੁਬਾਹ ਕਹਿੰਦੇ ਠੀਕ ਹੈ, ਸੁਬਾਹ ਫਿਰ ਕਰਦੇ ਦਰਸ਼ਨ। ਸੁਬਾਹ ਹੋਈ ਤੇ ਸਵਖਤੇ ਉੱਠ ਪਏ ਭਾਈ ਲਹਿਣਾ ਜੀ, ਤੇ ਉਹ ਦੇਖ ਰਹੇ ਆ ਵੀ ਬੀਬੀਆਂ ਝਾੜੂ ਕਰ ਰਹੀਆਂ, ਬੌਕਰ ਲਾ ਰਹੀਆਂ, ਕੁਛ ਨਾਸ਼ਤਾ ਤਿਆਰ ਕਰ ਰਹੀਆਂ। ਦੂਸਰੇ ਪਾਸੇ ਗੁਰਮੁਖ ਹੈ, ਉਹ ਵੀ ਸਫਾਈਆਂ ਤੇ ਲੱਗੇ ਹੈ। ਕੁਛ ਗੁਰਮੁਖ ਲੱਕੜਾਂ ਲਿਆ ਰਹੇ ਹੈ ਵੀ ਲੰਗਰ ਵਾਸਤੇ, ਕੁਛ ਹੋਰ ਸੇਵਾ ਕਰ ਰਹੇ ਹੈ। ਇਸ ਤਰ੍ਹਾਂ ਜਿਹੜਾ ਹੈ ਉਹ ਸੇਵਾ ਚੱਲ ਰਹੀ ਸਭ ਪਾਸੇ। ਤੇ ਭਾਈ ਸਾਹਿਬ ਦੇਖ ਕੇ ਭਾਈ ਲਹਿਣਾ ਜੀ ਹੈਰਾਨ ਹੋ ਰਹੇ, ਤੇ ਨਾਲ ਵਾਹਿਗੁਰੂ 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 ਸਿਮਰਨ ਹੋ ਰਿਹਾ, ਵਾਹਿਗੁਰੂ ਦਾ ਜਾਪ ਹੋ ਰਿਹਾ, ਵਾਹਿਗੁਰੂ ਵਾਹਿਗੁਰੂ, ਸਭ ਪਾਸੇ ਵਾਹਿਗੁਰੂ ਦਾ ਜਾਪ। ਤੇ ਉਹ ਜਦੋਂ ਇੰਨੇ ਕਰਦਿਆਂ ਨੂੰ ਸਤਿਗੁਰ ਆ ਗਏ, ਤੇ ਆ ਕੇ ਭਾਈ ਲਹਿਣਾ ਜੀ ਨੂੰ ਕਿਹਾ, ਦੇਖੋ ਗੁਰਮੁਖਾ, ਇਹ ਜਿਹੜੇ ਬੀਬੀਆਂ ਨਾਸ਼ਤਾ ਤਿਆਰ ਕਰ ਰਹੀਆਂ, ਇਹ ਝਾੜੂ ਬੌਕਰ ਲਾ ਰਹੀਆਂ, ਇਹ ਦੇਵੀਆਂ। ਤੇ ਜਿਹੜੇ ਉਹ ਬਾਲਣ ਲਿਆ ਰਹੇ ਆ, ਹੋਰ ਸੇਵਾ 'ਚ ਲੱਗੇ ਆ ਸਾਰਾ ਕਰਨ, ਇਹ ਦੇਵਤੇ ਆ। ਹੁਣ ਤੁਸੀਂ ਇਹਨਾਂ ਚੋਂ ਕਿਸੇ ਨੂੰ ਵੀ ਪੁੱਛ ਕੇ ਖੜਾ ਕਰਕੇ ਇਹਨਾਂ ਕੋਲੋਂ ਪੁੱਛੋ, ਬ੍ਰਹਮ ਦਾ ਗਿਆਨ ਹੈ, ਉਹ ਤੁਹਾਨੂੰ ਬ੍ਰਹਮ ਦੀ ਗਿਆਨ ਦੇਣਗੇ ਔਰ ਕਥਾ ਸੁਣਾਉਣਗੇ ਕਥ ਦੀ, ਉਸ ਪ੍ਰਭੂ ਦਾ ਮਿਲਾਪ ਦਾ ਭੇਦ ਦੇਣਗੇ, ਕਿਸੇ ਨੂੰ ਵੀ ਪੁੱਛ ਲਓ। ਇਹ ਦੇਵੀ ਦੇਵਤੇ। ਤੇ ਉਹ ਜਦੋਂ ਇਹ ਗੱਲ ਸੁਣੀ ਤੇ ਭਾਈ ਸਾਹਿਬ ਜਿਹੜੇ ਸੀ ਭਾਈ ਲਹਿਣਾ ਜੀ, ਉਹ ਬੜੇ ਵਿਰਾਗ 'ਚ ਚਲੇ ਗਏ। ਫਿਰ ਉਸ ਤੋਂ ਬਾਅਦ ਸੰਗਤ ਹੋਈ, ਤੇ ਸੰਗਤ ਦੇ ਵਿੱਚ ਸਾਰੀ ਖੋਲ ਕੇ ਕਹਾਣੀ ਸਤਿਗੁਰਾਂ ਨੇ ਸੁਣਾਈ ਵੀ ਸਾਡਾ ਮਨ ਦੇਵੀ ਦੇਵਤੇ ਕਿੱਦਾਂ ਬਣਦਾ ਹੈ, ਕਿੱਦਾਂ ਦੇਵ ਸਥਾਨੇ ਕਿਆ ਨਿਸ਼ਾਨੀ, ਤਹਿਵਾਜੇ ਸ਼ਬਦ ਅਨਾਹਦ ਬਾਣੀ, ਕਿੱਦਾਂ ਸਾਡਾ ਮਨ ਤ੍ਰੈ ਗੁਣਾਂ 'ਚ ਹੁੰਦਾ। ਪਹਿਲਾਂ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਬਤਾਇਆ, ਕਿਸ ਤਰ੍ਹਾਂ ਜਦੋਂ ਇਹਦਾ ਜਨਮ ਹੁੰਦਾ, ਪ੍ਰਭੂ ਨਾਲੋਂ ਵਿਛੜਦਾ, ਇੱਥੇ ਆ ਕੇ ਇਹਦੀ ਲਿਵ ਟੁੱਟ ਜਾਂਦੀ ਹੈ। ਫਿਰ ਜਦੋਂ ਇੱਥੇ ਆ ਕੇ ਗੁਰੂ ਦੀ ਸੰਗਤ ਕਰਦਾ ਹੈ, ਇਹਨੂੰ ਗਿਆਨ ਮਿਲਦਾ ਹੈ, ਗਿਆਨ ਲੈ ਕੇ ਫਿਰ ਧਿਆਨ 'ਚ ਜਾਂਦਾ ਹੈ, ਫਿਰ ਲਿਵ ਜੁੜਦੀ ਹੈ। ਕਿਸ ਤਰ੍ਹਾਂ ਫਿਰ ਉਹ ਜਿਹੜੀ ਮਨ ਦੀ ਅਵਸਥਾ ਹੈ, ਤ੍ਰੈ ਗੁਣਾਂ 'ਚੋਂ ਨਿਕਲ ਕੇ ਸੁੰਨ 'ਚ ਜਾਂਦਾ ਹੈ, ਸੁੰਨ ਵਿੱਚ ਸ਼ਬਦ ਸੁਣਦਾ ਹੈ, ਤੇ ਇਹਦੀ ਦੇਵੀ ਦੇਵਤਿਆਂ ਵਾਲੀ ਅਵਸਥਾ ਬਣ ਜਾਂਦੀ ਹੈ। ਉਹ ਫਿਰ ਜਿੱਦਾਂ ਆਪਾਂ ਨੂੰ ਦੱਸਿਆ ਵੀ ਜਿੱਦਾਂ ਸੁਣਿਆ ਲੱਗ ਗਿਆ ਸਹਿਜ ਧਿਆਨ, ਉਹ ਆਪਾਂ ਸੁਣਦੇ ਹਾਂ ਜਦੋਂ ਸਾਡਾ ਮਨ ਦੀ ਅਵਸਥਾ ਬਦਲਦੀ। ਉਹ ਫਿਰ ਜਦੋਂ ਉਹ ਇਸ ਤਰ੍ਹਾਂ ਉਹਨਾਂ ਨੇ ਸੁਣਿਆ ਵੀ ਇਹ ਦੇਵੀ ਦੇਵਤੇ ਜਿਨ੍ਹਾਂ ਜਦੋਂ ਸ਼ਬਦ ਸੁਣਨ ਲੱਗ ਪੈਂਦਾ, ਉਹ ਦੇਵੀ ਦੇਵਤੇ ਦੀ ਅਵਸਥਾ ਹੋ ਜਾਂਦੀ ਹੈ। ਉੱਥੇ ਫਿਰ ਉਹ ਸਾਡਾ ਮਨ ਹੈ, ਉਹ ਘਰ ਵੱਲ ਨੂੰ ਰੁੱਖ ਕਰਦਾ ਹੈ, ਆਪਣੇ ਨਿੱਜ ਘਰ ਫਿਰ ਘਰ ਸੁਨ ਮੰਡਲ ਸੱਚੇ ਮਹਿਲ ਨੂੰ ਜਾਂਦਾ ਹੈ।
ਉਧਰ ਨੂੰ ਫਿਰ ਸਾਡੀ ਅਵਸਥਾ ਗਾਂ ਤੋਂ ਗਾਂ ਵੱਧਦੀ ਜਾਂਦੀ। ਜਦੋਂ ਇਸ ਤਰ੍ਹਾਂ ਉਹ ਸਾਰੀ ਕਹਾਣੀ ਦੱਸੀ ਤੇ ਉਹ ਸੰਗ ਵਾਲੇ ਜਦੋਂ ਬਾਅਦ ਚ ਪ੍ਰਸ਼ਾਦਾ ਪਾਣੀ ਛਕ ਲਿਆ ਸੰਗਤ ਤੋਂ ਬਾਅਦ, ਤੇ ਉਹ ਕਹਿੰਦੇ ਜੀ ਚਲੋ ਜੀ ਆਪਾਂ ਹੁਣ ਅੱਗੇ ਚੱਲੀਏ ਸੰਗ ਲੈ ਕੇ। ਤੇ ਉੱਥੇ ਫਿਰ ਭਾਈ ਲਹਿਣਾ ਜੀ ਕਹਿੰਦੇ ਨਹੀਂ ਬਸ, ਵੀ ਹੁਣ ਜਿੱਥੇ ਜਾਣਾ ਸੀ ਉੱਥੇ ਅਸੀਂ ਪਹੁੰਚ ਗਏ ਹਾਂ, ਤੇ ਹੁਣ ਅੱਗੇ ਨਹੀਂ ਕਿਤੇ ਜਾਣਾ, ਹੁਣ ਇੱਥੇ ਰਹਿ ਕੇ ਸੰਗਤ ਕਰਨੀ। ਤੇ ਸੰਗ ਵਾਲਿਆਂ ਨੂੰ ਕਿਹਾ ਵੀ ਹੁਣ ਤੁਹਾਡੀ ਇੱਛਾ ਤੇ ਹੈ, ਜੇ ਤੁਸੀਂ ਜਾਣਾ ਤੇ ਅੱਗੇ ਜਾ ਸਕਦੇ ਸੰਗ ਲੈ ਕੇ, ਮੈਂ ਤੇ ਇੱਥੇ ਰੁਕਣਾ। ਤੇ ਉੱਥੇ ਫਿਰ ਰੁਕ ਗਏ ਤੇ ਉੱਥੇ ਰਹਿ ਕੇ ਗੁਰਮੁਖਾਂ ਨੇ ਫਿਰ ਸੇਵਾ ਕੀਤੀ। ਤੇ ਜਦੋਂ ਕਿਰਪਾ ਹੋਈ, ਸਮਾਂ ਬਣਿਆ, ਤਾਂ ਫਿਰ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਜਦੋਂ ਪ੍ਰਭੂ ਨਾਲ ਮਿਲਾਪ ਹੋ ਗਿਆ ਤੇ ਸਤਿਗੁਰਾਂ ਨੇ ਹੁਣ ਜਦੋਂ ਇਹ ਖਜ਼ਾਨਾ ਅੱਗੇ ਨਾਮ ਦਾ ਵੰਡਣ ਲਈ ਸੇਵਾ ਲਾਉਣੀ ਸੀ, ਤਾਂ ਦੇਖਿਆ ਵੀ ਉਹ ਗੁਰੂ ਅੰਗਦ ਦੇਵ ਜੀ ਪ੍ਰਭੂ ਨਾਲ ਮਿਲਾਪ ਹੋ ਗਿਆ, ਤੇ ਉਹਨਾਂ ਦੇ ਸਨਮੁਖ ਕਰਕੇ ਅਕਾਲ ਪੁਰਖ ਦੇ ਉਹਨਾਂ ਨੂੰ ਕਿਹਾ ਵੀ ਇਹ ਹੁਣ ਤੁਸੀਂ ਕਿਰਪਾ ਕਰੋ ਵੀ ਇਹ ਖਜ਼ਾਨਾ ਜੋ ਹੈ ਅੱਗੇ ਗੁਰਮੁਖਾਂ ਨੂੰ ਬਖਸ਼ਿਸ਼ ਕਰੋ। ਗੁਰੂ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ। ਤੇ ਅਕਾਲ ਪੁਰਖ ਨੇ ਕੋਲੋਂ ਉਹ ਖਜ਼ਾਨਾ ਨਾਮ ਦਾ ਜਿਹੜਾ ਆਪ ਲੈ ਕੇ ਆਏ ਸੀ, ਉਹ ਗੁਰੂ ਅੰਗਦ ਦੇਵ ਜੀ ਨੂੰ ਦਵਾਇਆ। ਤੇ ਇਸ ਤਰ੍ਹਾਂ ਜਦੋਂ ਫਿਰ ਇਹ ਆਪਾਂ ਨੂੰ ਆਪਣਾ ਵੀ ਜੀਵਨ ਇਸ ਤਰ੍ਹਾਂ ਹੀ ਹੁੰਦਾ ਸਾਰਿਆਂ ਦਾ ਪਹਿਲਾਂ, ਕਿਉਂਕਿ ਆਪਾਂ ਸਾਰਿਆਂ ਦੀ ਲਿਵ ਟੁੱਟੀ ਹੁੰਦੀ ਹੈ। ਕੋਈ ਕਿਸੇ ਤਰੀਕੇ ਨਾਲ ਜੀ ਰਿਹਾ ਹੁੰਦਾ, ਕੋਈ ਕਿਸੇ ਤਰੀਕੇ ਨਾਲ ਜੀ ਰਿਹਾ ਹੁੰਦਾ। ਸਿਰਫ ਅਸਰ ਇਹ ਹੁੰਦਾ ਹੈ ਵੀ ਜੇ ਕੋਈ ਸਾਡੀ ਕੋਈ ਪੁਰਾਣੀ ਕਮਾਈ ਹੋਵੇ ਤੇ ਸਾਡਾ ਮਨ ਛੇਤੀ ਮੰਨ ਜਾਂਦਾ, ਅਸੀਂ ਉਹ ਦੱਸੇ ਰਸਤੇ ਤੇ ਗੁਰਮੁਖਾਂ ਦੇ ਛੇਤੀ ਚੱਲ ਪੈਂਦੇ ਹਾਂ। ਤੇ ਜੇ ਸਾਡੀ ਪੁਰਾਣੀ ਕਮਾਈ ਨਹੀਂ, ਔਰ ਇੱਥੇ ਵੀ ਸਾਡੇ ਜਿਹੜੇ ਸੰਗੀ ਸਾਥੀ ਕੋਈ ਉਦਮ ਦੇਣ ਵਾਲੇ ਨਹੀਂ, ਸਮਾਂ ਤੋੜਨ ਵਾਲੇ ਹੈ, ਫਿਰ ਮੁਸ਼ਕਲ ਹੋ ਜਾਂਦਾ ਬਹੁਤ। ਫਿਰ ਜਿਹੜਾ ਹੈ ਜੀਵ ਉਹ ਡਿੱਗਿਆ, ਚੱਲਦਾ ਚੱਲਦਾ ਵੀ ਡਿੱਗ ਜਾਂਦਾ ਹੈ, ਤੇ ਫਿਰ ਚੱਲਦਾ ਫਿਰ ਡਿੱਗ ਜਾਂਦਾ ਹੈ। ਉਹਦੇ ਵਾਸਤੇ ਥੋੜਾ ਮੁਸ਼ਕਲ ਆਉਂਦਾ ਹੈ। ਬਾਕੀ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਪ੍ਰਭੂ, ਉਹਨਾਂ ਦੇ ਸੰਗੀ ਸਾਥੀ ਇਸ ਤਰ੍ਹਾਂ ਦੇ ਮਿਲਾ ਦਿੰਦਾ ਹੈ, ਤੇ ਉਹ ਫਿਰ ਉਹ ਜੁੜ ਕੇ ਪ੍ਰਭੂ ਨਾਲ ਆਪਣੇ ਜੀਵਨ ਦਾ ਲਾਹਾ ਲੈ ਲੈਂਦੇ। ਉਹ ਆਪ ਵੀ ਆਪਣੇ ਉਦਮ ਕਰਦੇ, ਫਿਰ ਆਪਣੇ ਜੀਵਨ ਦਾ ਲਾਹਾ ਲੈਣ ਲਈ ਉਹ ਗੁਰਮੁਖ ਉਦਮ ਕਰਦੇ। ਜਿੱਦਾਂ ਉਹਨਾਂ ਨੇ ਕੀਤਾ, 2-3 ਮਹੀਨੇ ਉੱਥੇ ਰਹੇ, ਦੁਕਾਨਦਾਰੀ ਕਰਦੇ ਸੀ ਭਾਈ ਲਹਿਣਾ ਜੀ, ਦੁਕਾਨ ਦੀ ਵੀ ਪਰਵਾਹ ਨਹੀਂ ਕੀਤੀ। ਫਿਰ ਸਤਿਗੁਰਾਂ ਨੇ ਆਪ ਕਿਹਾ ਵੀ ਜਾਓ ਭਾਈ ਪਿੰਡ ਜਾ ਕੇ ਆਓ, ਤੁਸੀਂ ਆਪਣਾ ਕਾਰੋਬਾਰ ਵੀ ਦੇਖੋ, ਨਾਲ ਨਾਲ ਵਿੱਚ ਸੰਗਤ ਕਰਨ ਆ ਜਾਇਆ ਕਰੋ। ਤੇ ਕਹਿਣ ਦਾ ਮਤਲਬ ਇਹ ਹੈ ਵੀ ਇਸ ਤਰ੍ਹਾਂ ਜੇ ਆਪਾਂ ਮਿਹਨਤ ਕਰਦੇ ਹਾਂ ਤੇ ਉਹ ਦੇਖਦਾ ਸਾਰਿਆਂ ਦੇ ਅੰਦਰ, ਸਾਜਨ ਮੀਤ ਸੁਆਮੀ ਮੇਰੋ, ਦੇਖਤ ਸੁਣਤ ਸਭ ਕੇ ਸੰਗੇ, ਵੇਖਤ ਸੁਣਤ ਸਭ ਕੇ ਸੰਗੇ, ਸਾਰਿਆਂ ਦੇ ਅੰਦਰ ਬਾਹਰ ਦੇਖਦਾ ਹੈ ਉਹ ਆਪ ਹੀ ਪ੍ਰਭੂ ਪਰਮੇਸ਼ਰ ਵਾਹਿਗੁਰੂ, ਤੇ ਉਹ ਫਿਰ ਕਿਰਪਾ ਕਰ ਦਿੰਦਾ। ਤੇ ਹੁਣ ਇਸ ਤਰ੍ਹਾਂ ਜਦੋਂ ਭਾਈ ਲਹਿਣਾ ਜੀ ਦਾ ਆਪਾਂ ਜੀਵਨ ਦੇਖਦੇ ਹਾਂ, ਬਹੁਤ ਹੀ ਉਹਨਾਂ ਨੇ ਜਿਹੜਾ ਹੈ ਇੰਨਾ ਨਹੀਂ, ਉਹਨਾਂ ਨੇ ਸਿਰਫ ਹੁਕਮ ਮੰਨਿਆ। ਉਹਨਾਂ ਨੇ ਕੋਈ ਬਹੁਤੀ ਲੰਬੀ ਚੌੜੀ ਸਾਧਨਾ ਨਹੀਂ ਕੀਤੀ, ਬਹੁਤੀ ਉਹਨਾਂ ਨੇ ਕੋਈ ਦੇਖ ਖੋਜ ਭਾਲ ਨਹੀਂ ਕੀਤੀ। ਸਿਰਫ ਜਦੋਂ ਸਤਿਗੁਰ ਦੀ ਸੰਗਤ ਹੋ ਗਈ ਤੇ ਫਿਰ ਹੁਕਮ ਮੰਨਿਆ, ਬਸ ਹੁਕਮ ਹੀ ਉਹਨਾਂ ਦੇ ਜੀਵਨ ਚੋਂ ਲੱਭਦਾ ਆਪਾਂ ਨੂੰ। ਤੇ ਹੁਕਮ ਹੁਣ ਪੱਖ ਤੇ ਬਹੁਤ ਹੈ ਸਤਿਗੁਰਾਂ ਦੇ ਵਿਚਾਰ ਕਰਨ ਦੇ, ਪਰ ਆਪਾਂ ਨੂੰ ਜਿਹੜਾ ਨਿਯਮਤ ਸਮੇਂ 'ਚ ਆਪਾਂ ਸਿਰਫ ਇੱਕ ਹੀ ਪੱਖ ਦੇਖੀਏ ਵੀ ਉਹਨਾਂ ਦਾ ਹੁਕਮ ਮੰਨਣ ਦਾ ਪੱਖ, ਤੇ ਪੱਖ ਤੇ ਉਹਨਾਂ ਦਾ ਇਹ ਵੀ ਉਹਨਾਂ ਨੇ ਜਿਹੜਾ ਸੀ ਆਪਣੀ ਗੁਰਮੁਖੀ ਭਾਸ਼ਾ ਦੀ ਜਿਹੜੀ ਸੀ ਉਹ ਸਾਰੀ ਬੱਚਿਆਂ ਨੂੰ ਸਿਖਾਈ ਜ਼ੁਬਾਨ। ਉਹ ਜਿਹੜੇ ਵੀ ਬੱਚੇ ਸੀ ਸਿੱਖਾਂ ਦੇ ਅੱਗੇ ਗਾਂ ਸੰਗਤ ਕਰਨ ਆਉਂਦੇ, ਨਾਲ ਉੱਥੇ ਪੰਜਾਬੀ ਸਿਖਾਉਂਦੇ ਉਹਨਾਂ ਨੂੰ, ਇਹ ਗੁਰਮੁਖੀ ਫਿਰ ਗੁਰਬਾਣੀ ਪੜ੍ਹਨੀ ਸਿਖਾਉਂਦੇ। ਇਹ ਸਾਰੀ ਬਹੁਤ ਹੋਰ ਬੜੇ ਵੱਡੇ ਉਦਮ ਕੀਤੇ ਗੁਰਮੁਖਾਂ ਨੇ, ਪਰ ਜਿਹੜਾ ਖਾਸ ਹੈ ਉਹ ਹੁਕਮ। ਹੁਣ ਆਪਾਂ ਨੂੰ ਜਦੋਂ ਨਿਰੰਕਾਰ ਦਾ ਭੇਦ ਦਿੱਤਾ ਸਤਿਗੁਰਾਂ ਨੇ, ਤੇ ਉਹਨਾਂ ਨੇ ਕਿਹਾ ਵੀ ਇਹ ਜੱਗ ਸੱਚੇ ਕੀ ਹੈ ਕੋਠੜੀ, ਇਹ ਜਿਹੜਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ, ਇਹ ਸਰੀਰ ਬਣਾ ਕੇ ਦਿੱਤਾ ਹੈ, ਇਹ ਸੰਸਾਰ ਬਣਾਇਆ, ਤ੍ਰੈਗੁਣ ਵੀ ਉਹਨੇ ਬਣਾਏ ਹੈ, ਇਹ ਸਾਰਾ ਪ੍ਰਭੂ ਪਰਮੇਸ਼ਰ ਨੇ ਖੇਡ ਖੇਡਿਆ। ਤੇ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ, ਤੇ ਸੱਚੇ ਕਾ ਵਿੱਚ ਵਾਸ। ਇਹ ਸਾਰਾ ਜੱਗ, ਸਾਰਾ ਸੰਸਾਰ ਤੇ ਸਰੀਰ ਵੀ ਇਹ ਕੋਠੜੀ ਹੈ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ, ਤੇ ਇਹਦੇ ਵਿੱਚ ਉਹ ਆਪ ਹੀ ਵਸਦਾ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੈ ਕਰੇ ਵਿਨਾਸ਼। ਇੱਕ ਨਾ ਤੇ ਕਿਰਪਾ ਕਰਕੇ ਜਿਨ੍ਹਾਂ ਤੇ ਬੜਾ ਦਿਆਲੂ ਹੋ ਜਾਂਦਾ ਹੈ, ਕਿਰਪਾਲੂ ਹੋ ਜਾਂਦਾ, ਉਹਨਾਂ ਨੂੰ ਸੰਗਤ ਚ ਲਿਆ ਕੇ ਉਹਨਾਂ ਨੂੰ ਮਿਲਾਪ ਕਰਾ ਦਿੰਦਾ ਵਾਹਿਗੁਰੂ ਨਾਲ। ਤੇ ਜਿਨ੍ਹਾਂ ਤੇ ਉਹਦੀ ਅਜੇ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ, ਉਹ ਅਰਜ਼ੋਈਆਂ ਬੇਨਤੀਆਂ ਵੀ ਨਹੀਂ ਕਰਦੇ, ਇਸ ਪਾਸੇ ਧਿਆਨ ਵੀ ਨਹੀਂ ਦਿੰਦੇ, ਤੇ ਉਹ ਫਿਰ ਗਾਂ ਜੂਨਾਂ ਚ ਭਟਕਦੇ ਰਹਿੰਦੇ।
ਕਹਿੰਦੇ ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਨਾ ਨੂੰ ਤ੍ਰੈ ਗੁਣੀ ਮਾਇਆ ਦੇ ਵਿੱਚ ਫਸਾ ਰੱਖਦਾ ਹੈ, ਤੇ ਇੱਕ ਇਹਨਾਂ ਨੂੰ ਬਾਹਰ ਕੱਢ ਕੇ ਇੱਥੇ ਨਿਜ ਘਰ ਚ ਲੈ ਜਾਂਦਾ ਹੈ। ਜਿਹੜਾ ਨਿਜ ਘਰ ਥਿਰ ਘਰ ਆਪਣਾ ਇੱਥੇ ਲੈ ਜਾਂਦਾ ਹੈ। ਤੇ ਇਹ ਜਿਨ੍ਹਾਂ ਤੇ ਕਿਰਪਾ ਕਰਦਾ ਹੈ। ਹੁਣ ਜਿਹੜੇ ਗੁਰਾਂ ਸਤਿਗੁਰਾਂ ਦੀ ਗੱਲ ਮੰਨ ਕੇ ਸਿਮਰਨ ਅਭਿਆਸ ਸ਼ੁਰੂ ਕਰ ਦਿੰਦੇ ਆ, ਉਹਨਾਂ ਨੂੰ ਇਹ ਤ੍ਰੈ ਗੁਣਾ ਦਾ ਵੀ ਭੇਦ ਆ ਜਾਂਦਾ ਹੈ, ਉਹਨਾਂ ਨੂੰ ਨਾਮ ਦਾ ਵੀ ਭੇਦ ਆ ਜਾਂਦਾ ਵੀ ਨਾਮ ਸਾਡੇ ਅੰਦਰ ਹੈ ਸਾਰਿਆਂ ਦੇ। ਇਸ ਕਰਕੇ ਫਿਰ ਕਹਿੰਦੇ ਆ ਵੀ ਇਹ ਵੀ ਆਖ ਨਾ ਜਾਪੀ ਜੇ ਕਿਸੇ ਆਣੈ ਰਾਸ, ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਕਾਸ਼। ਜੇ ਤੇ ਆਪ ਕਿਰਪਾ ਕਰਦਾ ਹੈ, ਉਹਨਾਂ ਨੂੰ ਪ੍ਰਭੂ ਜਿਹੜਾ ਹੈ ਉਹ ਕੱਢ ਲੈਂਦਾ ਹੈ। ਤੇ ਇਹ ਫਿਰ ਆਪਾਂ ਨੂੰ ਸਤਿਗੁਰਾਂ ਨੇ ਦੱਸਿਆ ਵੀ ਜੇ ਸੋ ਚੰਦਾ ਉਗਵੇ, ਇਹ ਨਾ ਮਤ ਸੋਚੋ ਵੀ ਗੁਰੂ ਤੋਂ ਬਿਨਾਂ ਗਿਆਨ ਹੋ ਜਾਏਗਾ। ਆਪਾਂ ਨੂੰ ਗੁਰੂ ਦੀ ਜ਼ਰੂਰਤ ਹੈ, ਗੁਰੂ ਕੋਲੋਂ ਗਿਆਨ ਲੈਣਾ ਪੈਂਦਾ ਹੈ। ਇਸ ਕਰਕੇ ਦੱਸਦੇ ਆ ਵੀ ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਜਿਹੜਾ ਗੁਰੂ ਤੋਂ ਬਿਨਾਂ ਜਿਹੜਾ ਆਪਾਂ ਨੂੰ ਭੇਦ ਨਹੀਂ ਆਉਂਦਾ, ਇਹ ਆਪਾਂ ਨੂੰ ਭੇਦ ਉਹਨਾਂ ਨੇ ਸਤਿਗੁਰਾਂ ਨੇ ਦਿੱਤਾ ਤੇ ਦੱਸਿਆ ਵੀ ਸਦਾ ਸਦਾ ਤੂੰ ਏਕ ਹੈ, ਤੁਧ ਦੂਜਾ ਖੇਲ ਰਚਾਇਆ, ਹਉਮੈ ਗਰਭ ਉਪਾਇ ਕੈ, ਲੋਭ ਅੰਤਰ ਜਨਤਾ ਪਾਇਆ। ਕਹਿੰਦੇ ਇੱਕ ਹੀ ਹੈ। ਜਿਸ ਤਰ੍ਹਾਂ ਸਤਿਗੁਰਾਂ ਨੇ ਸਤਿਗੁਰੂ ਨਾਨਕ ਦੇਵ ਜੀ ਨੇ ਇੱਕ ਦਾ ਭੇਦ ਦਿੱਤਾ ਸੀ ਨਾ, ਉਹੀ ਭੇਦ ਨੂੰ ਫਿਰ ਅੱਗੇ ਵੰਡਣਾ ਸ਼ੁਰੂ ਕੀਤਾ। ਉਹ ਸੀ ਗਿਆਨ ਨੂੰ ਸਤਿਗੁਰੂ ਅੰਗਦ ਦੇਵ ਜੀ ਨੇ ਅੱਗੇ ਫਿਰ ਦੱਸਿਆ ਵੀ ਇਹ ਸਾਰਾ ਉਹਦਾ ਹੀ ਖੇਡ ਹੈ, ਉਸ ਇੱਕ ਦਾ ਹੀ ਖੇਡ ਹੈ ਜਿਹਨੂੰ ਨਿਰੰਕਾਰ ਸੱਚ ਕਿਹਾ, ਅਕਾਲ ਪੁਰਖ ਕਿਹਾ, ਕਰਤਾ ਪੁਰਖ ਕਿਹਾ, ਵੀ ਉਹੀ ਹੈ। ਤੂੰ ਸਦਾ ਸਦਾ ਤੂੰ ਇੱਕ ਹੈ, ਤੂੰ ਸਦਾ ਤੂੰ ਹੀ ਹੈ, ਤੂੰ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜਿਸ ਤਰ੍ਹਾਂ ਸਤਿਗੁਰਾਂ ਨੇ ਕਿਹਾ ਸੀ ਨਾ। ਤੇ ਉਸੇ ਤਰ੍ਹਾਂ ਕਹਿੰਦੇ ਸਦਾ ਸਦਾ ਤੂੰ ਇੱਕ ਹੈ, ਤੂੰ ਦੂਜਾ ਖੇਲ ਰਚਾਇਆ। ਦੂਸਰਾ ਖੇਲ ਹੈ ਤੇਰੇ ਚੋਂ ਇੱਕ ਪਹਿਲੀ ਕੁਦਰਤ ਤੋਂ ਦੂਸਰੀ ਕੁਦਰਤ ਪੈਦਾ ਕਰਤੀ, ਤੂੰ ਦੂਜਾ ਖੇਡ ਰਚਾਇਆ। ਇਹ ਆਪਣੇ ਵਿੱਚੋਂ ਹੀ ਤੂੰ ਪੈਦਾ ਕੀਤਾ। ਹਉਮੈ ਗਰਭ ਉਪਾਇ ਕੈ, ਲੋਭ ਅੰਤਰ ਜਨਤਾ ਪਾਇਆ। ਸਾਰਿਆਂ ਦੇ ਅੰਦਰ ਲੋਭ, ਇਹ ਕਾਮ ਕ੍ਰੋਧ ਲੋਭ ਹੰਕਾਰ ਲੋਭ, ਇਹ ਕਹਿੰਦੇ ਇਹ ਵੀ ਤੂੰ ਆਪ ਹੀ ਪਾਤੇ ਸਾਰਿਆਂ ਦੇ ਅੰਦਰ। ਇਹ ਜਿਹੜੀ ਤ੍ਰੈਗੁਣ ਮਾਇਆ ਹੈ, ਕਹਿੰਦੇ ਇਹ ਵੀ ਤੂੰ ਆਪ ਹੀ ਪਾਈ ਹੈ ਸਾਰਿਆਂ ਦੇ ਅੰਦਰ। ਕਹਿੰਦੇ ਜਿਉ ਭਾਵੈ ਤੋ ਰਾਖ, ਤੂੰ ਸਭ ਕਰੇ ਤੇਰਾ ਕਿਰਾਇਆ। ਜਿਸ ਤਰ੍ਹਾਂ ਤੂੰ ਚਾਹੁੰਦਾ ਹੈ ਉਸ ਤਰ੍ਹਾਂ ਹੀ ਤੂੰ ਸਾਰਿਆਂ ਨੂੰ ਰੱਖਦਾ ਹੈ, ਤੇਰਾ ਕੀਤਾ ਕਿਰਾਇਆ ਹੀ ਸਭ ਕੁਝ ਹੋ ਰਿਹਾ। ਇੱਕ ਨਾ ਬਖਸ਼ ਮੇਲ ਲਹੈ, ਗੁਰਮਤੀ ਤੁਧੈ ਲਾਇਆ। ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਹੈ, ਗੁਰੂ ਦੀ ਮੱਤ ਦੇ ਕੇ ਉਹਨਾਂ ਨੂੰ ਤੂੰ ਬਖਸ਼ ਲੈਣਾ, ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ। ਇੱਕ ਖੜੇ ਕਰੈ ਤੇਰੀ ਚਾਕਰੀ, ਬਿਨ ਨਾਮੈ ਹੋਰ ਨਾ ਭਾਇਆ, ਹੋਰ ਕਾਰ ਵਿਕਾਰ ਹੈ, ਇੱਕ ਸੱਚੀ ਕਾਰ ਹੈ ਲਾਇਆ। ਇੱਕ ਨਾ ਨੂੰ ਸੰਸਾਰ ਦੀ ਕਾਰ ਚ ਹੀ ਲਾ ਰੱਖਦਾ ਹੈ, ਦੂਸਰਿਆਂ ਨੂੰ ਸੱਚੀ ਕਾਰ ਚ ਲਾ ਦਿੰਦਾ। ਭਾਵ ਜਿਹੜਾ ਸੱਚਾ ਕਰਮ ਹੈ, ਜਿਹਨੂੰ ਕਰਮ ਤੇ ਸੁਕਰਮ ਕਹਿੰਦੇ ਆਪਾਂ, ਉਹਨਾਂ ਨੂੰ ਨਾਮ ਜਪਣਾ, ਕੀਰਤੀ ਕਰਨੀ ਪ੍ਰਭੂ ਦੀ, ਇਹ ਸੁਕਰਮ ਹੈ। ਸੰਸਾਰ ਦਾ ਕਰਮ ਕਰਨਾ ਇਹਨੂੰ ਕਰਮ ਕਹਿ ਦਿੰਦੇ ਆ। ਉਹ ਇਸ ਕਰਕੇ ਉਹਨਾਂ ਨੂੰ ਲਾਇਆ। ਕਹਿੰਦੇ ਪੁੱਤ ਕੁਲਤ ਕੁਟੰਬ ਹੈ, ਇੱਕ ਅਲਪਤ ਰਹੇ ਜੋ ਤੁਧ ਭਾਇਆ। ਕਹਿੰਦੇ ਜਿਹੜਾ ਸੰਸਾਰ ਦੇ ਵਿੱਚ ਪੁੱਤ, ਘਰ ਵਾਲੀ, ਬੱਚੇ, ਪਰਿਵਾਰ, ਹੋਰ ਜਿੰਨੇ ਵੀ ਜੀ ਹੈ, ਸਾਰਿਆਂ ਨੂੰ ਮਿਲਾਇਆ ਤੇ ਇੱਕ ਦੂਸਰੇ ਨਾਲ ਇਹ ਖੇਡ ਬਣਾਇਆ ਹੈ। ਤੇ ਕਹਿੰਦੇ ਜਿਨ੍ਹਾਂ ਤੇ ਕਿਰਪਾ ਕਰਦਾ ਉਹ ਅਲਪਤ, ਮਤਲਬ ਉਹ ਨਿਰਲੇਪ ਰਹਿੰਦੇ, ਮਾਇਆ ਦੇ ਵਿੱਚ ਰਹਿੰਦੇ, ਸੰਸਾਰ ਦੇ ਵਿੱਚ ਰਹਿੰਦੇ। ਕਰਮ ਵੀ ਸਾਰੇ ਕਰਦੇ ਹੈ, ਸਾਰਾ ਕੁਝ ਕਰਦੇ ਹੈ, ਪਰਿਵਾਰ ਦੀ ਵੀ ਦੇਖਭਾਲ ਕਰਦੇ ਹੈ, ਕਰਮ ਵੀ ਕਰਦੇ ਹੈ, ਪਰ ਉਹ ਤੇਰੇ ਨਾਲ ਸੁਰਤੀ ਜੋੜ ਕੇ ਇਧਰੋਂ ਨਿਰਲੇਪ ਰਹਿੰਦੇ। ਸ਼ਾਮ ਨੂੰ ਸਿਮਰਨ ਕਰਨ ਲੱਗੇ, ਇਧਰੋਂ ਸਿਮਰਨ ਕਰਕੇ ਉਧਰ ਚੱਲ ਜਾਂਦੇ ਆਪਣੇ ਘਰ। ਇਹ ਸਿੱਖਣਾ ਆਪਾਂ, ਇਹ ਆਪਾਂ ਨੂੰ ਗੁਰਮਤ ਸਿਖਾਈ ਹੈ ਵੀ ਕਰਮ ਵੀ ਕਰਨਾ। ਜਿੱਦਾਂ ਸਤਿਗੁਰੂ ਨਾਨਕ ਦੇਵ ਜੀ ਨੇ ਦੁਕਾਨਦਾਰੀ ਕੀਤੀ ਸੀ, ਖੇਤੀ ਕੀਤੀ, ਏਦਾਂ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜੇ ਸੀ ਉਹ ਦੁਕਾਨਦਾਰੀ ਕਰਦੇ ਸੀ, ਤੇ ਉਹਨਾਂ ਨੇ ਵੀ ਆਪਣਾ ਕਰਮ ਕੀਤਾ, ਨਾਲ ਨਾਲ ਸਿਮਰਨ ਅਭਿਆਸ ਕਰਦੇ ਸੀ, ਸੰਗਤ ਕਰਦੇ ਸੀ ਤੇ ਕਰਾਉਂਦੇ। ਉਹ ਆਪਾਂ ਨੂੰ ਜੀਵਨ ਜਾਚ ਜੋ ਸਤਿਗੁਰਾਂ ਨੇ ਦੱਸੀ ਹੈ ਵੀ ਉਹ ਜਦੋਂ ਆਪਾਂ ਕਰਦੇ ਆ, ਕਹਿੰਦੇ ਉਹ ਫਿਰ ਅੰਦਰ ਬਾਹਰ, ਕਹਿੰਦੇ ਉਹ ਆਪ ਹੀ ਹੈ। ਉਹ ਅੰਦਰ ਬਾਹਰ ਨਿਰਮਲੇ ਸੱਚੇ ਨਾਏ ਸਮਾਇਆ, ਉਹਦੇ ਚ ਸਮਾਏ ਰਹਿੰਦੇ, ਅੰਦਰੋਂ ਬਾਹਰ ਇੱਕ ਹੀ ਰਹਿੰਦੇ ਉਹਦੇ ਨਾਲ। ਇਸ ਤਰ੍ਹਾਂ ਜਦੋਂ ਸਤਿਗੁਰ ਕਿਰਪਾ ਕਰਦੇ ਆ, ਉਦੋਂ ਆਪਾਂ ਨੂੰ ਭੇਦ ਆਉਂਦਾ। ਤੇ ਫਿਰ ਆਪਾਂ ਨੂੰ ਗੁਰਮਤਿ ਜੀਵਨ ਜਾਂਚ ਦੱਸਦੇ ਸਤਿਗੁਰ, ਕਹਿੰਦੇ ਏਕ ਨੇ ਹੀ ਆਸ਼ਕੀ। ਹੁਣ ਸਾਨੂੰ ਦੱਸਣ ਲੱਗੇ
ਸਾਰੀ ਗੁਰਮਤਿ ਜੀਵਨ ਜਾਂ ਸਿਖਾ ਕੇ ਵੀ ਜਦੋਂ ਸਾਨੂੰ ਹੁਣ ਆਪਾਂ ਸਿਮਰਨ ਕਰਨਾ ਸ਼ੁਰੂ ਕਰਦੇ ਹਾਂ ਗੁਰਮਤਿ ਦੀ, ਤਾਂ ਫਿਰ ਵੀ ਸਾਡਾ ਜਿਹੜਾ ਮਨ ਹੈ ਉਹ ਟਿਕਦਾ ਨਹੀਂ। ਸਾਨੂੰ ਜਦੋਂ ਗੁਰਮਤਿ ਜੀਵਨ ਜਾਂ ਸਿੱਖ ਲਈ, ਅਸੀਂ ਸਾਰੀ ਇੱਕ ਤੋਂ ਲੈ ਕੇ ਇਹ ਸਾਰਾ ਭੇਦ ਸਿੱਖ ਲਿਆ, ਸਾਰਾ ਆਪਾਂ ਨੂੰ ਦੱਸਤਾ, ਫਿਰ ਆਪਾਂ ਸਿਮਰਨ ਵੀ ਕਰਨ ਲੱਗ ਪਏ, ਫਿਰ ਆਪਾਂ ਸੰਗਤ ਚ ਵੀ ਆਉਣ ਲੱਗ ਪਏ, ਫਿਰ ਆਪਾਂ ਜਿਹੜਾ ਉਹ ਕਥਾ ਵੀ ਸੁਣਨ ਲੱਗ ਪਏ, ਗੁਰਬਾਣੀ ਵੀ ਪੜ੍ਹਨ ਲੱਗ ਪਏ। ਤਾਂ ਫਿਰ ਕਹਿੰਦੇ ਆ ਵੀ ਫਿਰ ਕਿਉਂ ਨਹੀਂ ਮਨ ਟਿਕ ਰਿਹਾ? ਇਹ ਸਾਨੂੰ ਇਹ ਜਿਹੜਾ ਸਾਨੂੰ ਭੇਦ ਦੇ ਰਹੇ ਵੀ ਇਹਨਾਂ ਨੂੰ ਇਹ ਜੀਵਨ ਦੀ ਜਾਂਚ ਸਿੱਖਣ, ਅੱਛੀ ਤਰ੍ਹਾਂ ਇਹਨਾਂ ਨੂੰ ਭੇਦ ਆਵੇ। ਇਹਨੂੰ ਕਹਿੰਦੇ ਏਕ ਨੇਹੀ ਆਸ਼ਕੀ ਦੂਜਾ ਲੱਗਿਆ ਜਾਏ। ਕਿ ਕਹਿੰਦੇ ਇਹ ਕਿੱਦਾਂ ਦਾ ਪਿਆਰ ਹੋਇਆ? ਆਸ਼ਕੀ ਭਾਵ ਪਿਆਰ। ਇਹ ਕਿੱਦਾਂ ਦਾ ਪਿਆਰ ਹੈ ਜਿਹੜਾ ਦੂਸਰੇ ਨਾਲ ਹੀ ਬਾਰ-ਬਾਰ ਮਨ ਉਧਰ ਹੀ ਭੱਜ ਰਿਹਾ, ਬਾਰ-ਬਾਰ ਮਨ ਜਿਹੜਾ ਉਹ ਮਾਇਆ ਵਾਲੀ ਭੱਜਦਾ, ਮਾਇਆ ਵਾਲੀ ਭੱਜਦਾ ਬਾਰ-ਬਾਰ। ਕਹਿੰਦੀ ਨਾਨਕ ਆਸ ਕਾਂਢੀਐ ਸਦ ਹੀ ਰਹਿ ਸਮਾਏ। ਕਹਿੰਦੇ ਅਸਲੀ ਪ੍ਰੇਮੀ ਉਹ ਹੈ ਜਿਹੜਾ ਸਦਾ ਹੀ ਪ੍ਰਭੂ ਦੇ ਨਾਲ ਜੁੜਿਆ ਰਹੇ। ਸੰਸਾਰ ਦਾ ਕਰਮ ਕਰੇ ਤਾਂ ਵੀ ਵਾਹਿਗੁਰੂ ਵਾਹਿਗੁਰੂ ਕਰੇ, ਜਦੋਂ ਇਕਾਗਰ ਹੋ ਕੇ ਇੱਕ ਸੁਰਤੀ ਇੱਕ ਚਿੱਤ ਹੋ ਕੇ ਬੈਠਣਾ ਹੈ, ਫਿਰ ਵਾਹਿਗੁਰੂ ਵਾਹਿਗੁਰੂ ਕਰਕੇ ਉਹਦੇ ਨਾਲ ਨਾਮ ਨਾਲ ਸੁਰਤੀ ਜੋੜ ਕੇ ਬੈਠ ਜੇ। ਤੇ ਜੇ ਆਪਣਾ ਮਨ ਟਿਕ ਨਹੀਂ ਰਿਹਾ, ਭੱਜ ਰਿਹਾ, ਤੇ ਕਹਿੰਦੇ ਇਹ ਕਿੱਦਾਂ ਦਾ ਪਿਆਰ ਬਈ? ਇਹ ਕਿ ਨਹੀਂ ਆਸ਼ਕੀ? ਇਹ ਕਿੱਦਾਂ ਦਾ ਪਿਆਰ? ਦੂਜਾ ਲੱਗਿਆ ਜਾਏ, ਦੂਸਰੇ ਨਾਲ ਹੀ ਜੁੜਦਾ, ਇੱਧਰ ਹੀ ਭੱਜਦਾ ਮਾਇਆ ਵਾਲੇ ਪਾਸੇ, ਉੱਧਰ ਜੁੜਦਾ ਹੀ ਨਹੀਂ ਪ੍ਰਭੂ ਦੇ ਨਾਲ। ਉਹਦੇ ਨਾਲ ਜੁੜਨਾ ਕਰੋ। ਉਹ ਫਿਰ ਜਦੋਂ ਇਸ ਤਰੀਕੇ ਨਾਲ ਆਪਾਂ ਨੂੰ ਦੱਸਿਆ ਹੈ ਵੀ ਉਹ ਸਾਰਿਆਂ ਦੇ ਅੰਦਰ ਹੀ ਆ ਵਾਹਿਗੁਰੂ, ਤੁਸੀਂ ਉਹਦੇ ਨਾਲ ਜੁੜਨਾ ਕਰੋ, ਤੇ ਉਹਦੇ ਨਾਲ ਜੁੜੋਗੇ ਤੇ ਫਿਰ ਭੇਦ ਲੱਗਣਾ। ਫਿਰ ਕਹਿੰਦੇ ਚੰਗਾ 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 ਕਰ ਮੰਨੈ, ਮੰਦਾ ਮੰਦਾ ਹੋਏ। ਕਹਿੰਦੇ ਵੀ ਜਦੋਂ ਤੇ ਸਾਰਾ ਕੁਝ ਠੀਕ ਹੈ ਉਦੋਂ ਤੇ ਪ੍ਰਮਾਤਮਾ ਸਹੀ ਹੈ, ਤੇ ਜਦੋਂ ਕੋਈ ਮਾੜਾ ਜਿਹਾ ਗਲਤ ਹੋ ਗਿਆ ਉਦੋਂ ਹੀ ਪ੍ਰਮਾਤਮਾ ਨੇ ਆ ਗਲਤ ਕਰਤਾ। ਜੇ ਕੋਈ ਚੰਗਾ ਕਰੋ ਤੇ ਆਪ ਹੈ ਮੈਂ ਕੀਤਾ, ਤੇ ਜੇ ਇਹ ਮਾੜਾ ਹੋ ਗਿਆ ਤੇ ਪ੍ਰਭੂ ਨੇ ਕਰਤਾ। ਇਹ ਆਮ ਸਾਡੀ ਜਿਹੜੀ ਜੀਵਨ ਦਾ ਦ੍ਰਿਸ਼ਟੀਕੋਣ। ਫਿਰ ਕਹਿੰਦੇ ਆਸਕ ਇਹ ਨਾ ਆਖੀਏ ਜੇ ਲੇਖਿਆ ਵਰਤੈ ਸੋਏ। ਉਹ ਪ੍ਰੇਮੀ ਨਹੀਂ ਹੁੰਦਾ ਜਿਹੜਾ ਹਿਸਾਬ ਕਿਤਾਬ 'ਚ ਰਹਿੰਦਾ, ਤੂੰ ਮੈਨੂੰ ਇੰਨਾ ਕੁ ਦਿੱਤਾ, ਇੰਨਾ ਨਹੀਂ ਦਿੱਤਾ, ਆਹ ਕੀਤਾ ਤੂੰ, ਆਹ ਮੇਰਾ ਨਹੀਂ ਕੀਤਾ, ਆਹ ਮੇਰਾ ਜੇ ਕਰਨ ਵਾਲਾ, ਆਹ ਤੂੰ ਕਰਨਾ, ਇਹ ਹਿਸਾਬ ਕਿਤਾਬ 'ਚ ਹੀ ਪਿਆ ਰਹਿੰਦਾ। ਕਹਿੰਦੇ ਉਹ ਫਿਰ ਪ੍ਰੇਮੀ ਨਹੀਂ ਹੈ। ਇਸ ਕਰਕੇ ਆਪਾਂ ਨੂੰ ਤਰੀਕਾ ਦੱਸਿਆ ਵੀ ਜਿਸ ਪਿਆਰੇ ਸਿਉਨੇ ਹੋ ਤਿਸ ਆਗਿਆ ਮਰ ਚੱਲੀਏ। ਮਰ ਚੱਲੀਏ ਭਾਵ ਵੀ ਉਹਦੇ ਅੱਗੇ ਆਪਾਂ ਸਮਰਪਣ ਕਰ ਦਈਏ। ਭਾਵ ਇਹ ਜਿਹੜਾ ਪ੍ਰਭੂ ਤੇ ਮਾਇਆ ਦਾ ਖੇਡ, ਸਤਿਗੁਰ ਤੇ ਮਾਇਆ ਦਾ ਖੇਡ ਆਪਾਂ ਨੂੰ ਦੱਸਿਆ, ਸਤਿਗੁਰਾਂ ਨੇ ਸਮਝਾਇਆ ਵੀ ਮਾਇਆ ਵੱਲੋਂ ਸੁਰਤੀ ਤੋੜ ਕੇ ਉਸ ਸਤਿਗੁਰਾਂ ਨਾਲ ਜੋੜ ਦਈਏ। ਉਹਨੂੰ ਕਿਹਾ ਵੀ ਉਹ ਪ੍ਰੇਮੀ ਹੈ, ਉਹ ਸਿੱਖ, ਉਹ ਸੇਵਕ, ਉਹ ਜਿਹੜਾ ਹੈ ਉਹ ਹੁਕਮ ਤੇ ਮੰਨਦਾ, ਉਹ ਫਿਰ ਚੱਲਦਾ ਇਸ ਰਸਤੇ ਤੇ। ਜੇ ਇਹ ਉਹ ਉਧਰੋਂ ਸੁਰਤੀ ਤੋੜ ਕੇ ਇੱਧਰ ਜੋੜ ਲੈ ਨਿਰੰਕਾਰ, ਇੱਧਰ ਪ੍ਰਭੂ ਨਾਲ ਜੋੜ ਲੈ ਸੁਰਤੀ, ਉਹਨੂੰ ਫਿਰ ਕਿਹਾ। ਇਸ ਕਰਕੇ ਸਤਿਗੁਰ ਸਮਝਾਉਂਦੇ ਆ, ਕਹਿੰਦੇ ਵੀ ਆਪਾਂ ਹੁਣ ਜੇ ਕੋਈ ਮੰਨ ਲਓ ਕਿਸੇ ਦਾ ਇੱਕ ਨੌਕਰੀ ਕਹਿ ਲਓ, ਜਾਂ ਕੋਈ ਆਪਾਂ ਕਹਿੰਦੇ ਵੀ ਆਪਾਂ ਸੰਗਤ ਕਰਦੇ ਆ ਤੇ ਗੁਰੂ ਕੋਲ ਜਾਂਦੇ ਵੀ ਆ, ਤੇ ਜਿਹੜੀ ਉਹ ਗੱਲ ਕਰਦਾ ਉਹ ਮਨ ਚ ਟਿਕਾਉਂਦੇ ਵੀ ਨਹੀਂ, ਮੰਨਦੇ ਨਹੀਂ ਉਹਨੂੰ ਕਿਹਾ ਵੀ ਸਲਾਮ ਜਵਾਬ ਦੋ ਕਰ ਮੁੱਢੋਂ ਕੁੱਥਾ ਜਾਏ। ਕਹਿੰਦੇ ਜੇ ਨੌਕਰ ਹੈ ਉਹਨੂੰ ਸਿਰ ਵੀ ਝੁਕਾਉਂਦਾ ਹੈ ਮਾਲਕ ਨੂੰ, ਤੇ ਨਾਲੇ ਜਵਾਬ ਜਿਹੜੀ ਹੈ ਦਾਰੀ ਵੀ ਕਰਦਾ, ਤੇ ਕੋਈ ਗੱਲ ਜਿਹੜੀ ਹੈ ਉਹ ਮੰਨਦਾ ਨਹੀਂ। ਤੇ ਉਹ ਕਹਿੰਦੇ ਵੀ ਉਹ ਮੁੱਢ ਤੋਂ ਹੀ, ਭਾਵ ਉਹ ਕੋਈ ਲਾਹਾ ਨਹੀਂ ਲੈ ਪਾਉਂਦਾ। ਇਸ ਤਰ੍ਹਾਂ ਹੀ ਨਿਰੰਕਾਰ ਨਾਲ ਹੈ, ਗੁਰੂ ਨਾਲ ਹੈ। ਜੇ ਕੋਈ ਗੁਰੂ ਨੂੰ ਮੱਥਾ ਵੀ ਟੇਕਦਾ ਪਰ ਗੱਲ ਨਹੀਂ ਮੰਨਦਾ, ਕਹਿੰਦਾ ਨਹੀਂ ਆਹ ਗੱਲ ਨਹੀਂ ਮੈਨੂੰ ਚੰਗੀ ਲੱਗਦੀ, ਆਹ ਗੱਲ ਨਹੀਂ, ਆਹ ਏਦਾਂ ਹੋ ਨਹੀਂ ਸਕਦਾ, ਤਾਂ ਫਿਰ ਕਹਿੰਦੇ ਉਹ ਲਾਹਾ ਨਹੀਂ ਲੈਂਦਾ। ਇਸ ਕਰਕੇ ਕਹਿੰਦੇ ਫੇਰ ਨਾਨਕ ਦੂਵੈ ਕੂੜੀਆਂ ਥਾਏ ਨਾ ਕਾਈ ਪਾਏ। ਕਹਿੰਦੇ ਦੋਨੋਂ ਹੀ ਝੂਠ ਹੈ, ਉਹਦਾ ਮੱਥਾ ਟੇਕਣਾ ਵੀ, ਉਹਦੀ ਗੱਲ ਨੂੰ ਸੁਣਨਾ ਵੀ, ਦੋਨੋਂ ਹੀ ਝੂਠ, ਕਿਉਂਕਿ ਉਹ ਮੰਨਦਾ ਤੇ ਹੈ ਨਹੀਂ ਤੇ ਮੱਥਾ ਵੀ ਟੇਕਦਾ। ਇਸ ਕਰਕੇ ਕਹਿੰਦੇ ਦੋਨੋਂ ਹੀ ਜਿਹੜੀਆਂ ਉਹ ਕੂੜੀਆਂ। ਕਹਿੰਦੇ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਬਾਓ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਹੁਣ ਉਹ ਕਿਉਂ ਸਾਰਾ ਕੁਝ ਅੰਦਰੋਂ ਉਹ ਚੀਜ਼ਾਂ ਬਾਹਰ ਨਿਕਲਦੀਆਂ ਜਿਹੜਾ ਹੁਕਮ ਨਹੀਂ ਮੰਨਦਾ,
ਉਹ ਕਿਉਂਕਿ ਜੋ ਅੰਦਰ ਹੁੰਦਾ ਹੈ ਉਹ ਹੀ ਬਾਹਰ ਨਿਕਲਦਾ ਹੈ। ਜੋ ਵੀ ਕਿਸੇ ਦੇ ਅੰਦਰ ਹੈ ਨਾ, ਆਪਾਂ ਉਹਨੂੰ ਜ਼ਿਆਦਾ ਚ ਛੁਪਾ ਕੇ ਨਹੀਂ ਰੱਖ ਸਕਦੇ, ਕਿਤੇ ਨਾ ਕਿਤੇ ਉਹ ਬਾਹਰ ਆਏਗਾ। ਇਹ ਜਦੋਂ ਆਪਣਾ ਮਨ ਹੈ ਪ੍ਰਭੂ ਨਾਲੋਂ ਟੁੱਟ ਕੇ ਸੰਸਾਰੀ ਹੋ ਜਾਂਦਾ ਹੈ, ਇਹ ਸੰਸਾਰ ਦਾ ਹੀ ਕਰਮ ਜਿਹੜੇ ਜੁੜ ਜਾਂਦਾ ਹੈ, ਇਹ ਫਿਰ ਅੰਦਰ ਨਹੀਂ ਜੁੜਦਾ। ਉਹ ਦੱਸਦਾ ਵੀ ਇਹ ਕਿਦਾਂ ਦਾ ਪਿਆਰ, ਇੱਕ ਨੇ ਹੀ ਆਸ਼ਕੀ। ਤੇ ਦੂਸਰੇ ਪਾਸੇ ਦੱਸਦਾ ਹੈ ਵੀ ਜੋ ਫਿਰ ਜੇ ਬਾਹਰ ਦੁਨੀਆ 'ਚ ਵਰਤਦਾ ਹੈ ਤੇ ਉਹ ਬਾਹਰ ਦੁਨੀਆ 'ਚ ਵੀ ਪ੍ਰਗਟ ਹੋ ਜਾਂਦਾ ਹੈ। ਜੋ ਉਹਦੇ ਅੰਦਰ ਹੈ ਉਹੀ ਜੋ ਜੀ ਹੋਏ ਸੁਗਵੈ ਮੂੰਹ ਕਾ ਕਹਿਆ ਬਾਉ, ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਮ। ਇਸ ਕਰਕੇ ਆਪਾਂ ਨੂੰ ਦੱਸਿਆ ਵੀ ਆਪਣੀ ਜਿਹੜੀ ਚਾਕਰੀ ਹੈ ਆਪਾਂ ਉਹਦੇ ਹੁਕਮ 'ਚ ਚੱਲਣਾ ਹੈ। ਵੀ ਚਾਕਰ ਲੱਗਿਆ ਚਾਕਰੀ ਨਾਲੇ ਗਰਬਾਦ, ਗੱਲਾਂ ਕਰੇ ਘਨੇਰੀਆਂ ਖਸਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ। ਕਹਿੰਦੇ ਉਹ ਹੈ ਤੇਰੀ ਸੇਵਾ 'ਚ ਲੱਗਿਆ ਜਿਹੜਾ ਤੇਰਾ ਹੁਕਮ ਨੂੰ ਮੰਨ ਲੈ। ਤੇ ਆਪਾਂ ਨੂੰ ਹੁਣ ਇਹਦੇ ਇਸ ਕਰਕੇ ਸਤਿਗੁਰ ਤਾਕੀਦ ਕਰਦੇ ਆ ਵੀ ਆਪਾਂ ਹੁਕਮ ਮੰਨਣਾ। ਜੇ ਆਪਾਂ ਹੁਕਮ ਨਹੀਂ ਮੰਨਦੇ ਤਾਂ ਆਪਾਂ ਨੂੰ ਫਿਰ ਭੇਦ ਨਹੀਂ ਆਉਂਦਾ। ਹੁਕਮ ਜਿਹੜਾ ਹੈ, ਹੁਕਮ ਦੇਖੋ ਕਿੰਨੇ ਤਰੀਕਿਆਂ ਨਾਲ ਹੁਕਮ ਵਰਤਦਾ ਹੈ। ਸਾਰਿਆਂ ਦੇ ਅੰਦਰ ਬਾਹਰ ਪ੍ਰਭੂ ਦਾ ਨਾਮ ਚੱਲ ਰਿਹਾ। ਫਿਰ ਉਸ ਨਾਮ ਦਾ ਭੇਦ ਦੇਣ ਲਈ ਗੁਰਬਾਣੀ ਗੁਰੂ ਨੂੰ ਪ੍ਰਗਟ ਕੀਤਾ। ਫਿਰ ਉਹਨਾਂ ਦੀ ਗੱਲ ਨੂੰ ਆਪਾਂ ਮੰਨ ਕੇ, ਉਹ ਸਭ ਤੋਂ ਪਹਿਲਾ ਹੁਕਮ ਹੈ, ਉਹਨਾਂ ਦੀ ਗੱਲ ਨੂੰ ਮੰਨ ਕੇ, ਸੁਣ ਕੇ, ਪੜ੍ਹ ਕੇ ਤੇ ਆਪਾਂ ਫਿਰ ਸਿਮਰਨ ਕਰਨਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ। ਇਹ ਆਪਾਂ ਵਾਸਤੇ ਹੁਕਮ ਲਾਇਆ ਹੈ ਸਤਿਗੁਰਾਂ ਨੇ। ਇਸ ਕਰਕੇ ਸਤਿਗੁਰ ਕਹਿੰਦੇ ਆ, ਫਰਮਾਉਂਦੇ ਆ ਵੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਜਦੋਂ ਕਿਰਪਾ ਕਰਦਾ ਹੈ ਉਹ ਫਿਰ ਇਸ ਪਾਸੇ ਲਾਉਂਦਾ ਹੈ। ਉਹਨੇ ਕਿਰਪਾ ਕੀਤੀ, ਸਾਨੂੰ ਸੰਗਤ ਵਾਲੇ ਪਾਸੇ ਲਾਤਾ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਜਿੱਥੇ ਕਿਰਪਾ ਕਰਦਾ ਹੈ, ਹੁਕਮ ਮਨਾਉਂਦਾ ਹੈ, ਉਹਨੂੰ ਇਸ ਪਾਸੇ ਲਾਉਂਦਾ ਹੈ, ਸਿਮਰਨ ਤੇ, ਗੁਰਬਾਣੀ ਗੁਰੂ ਦੇ ਸ਼ਬਦ ਦੀ ਵਿਚਾਰ, ਸਿਮਰਨ ਕਰਨਾ, ਕਰਾਉਣਾ, ਸੰਗਤ ਕਰਨੀ, ਕਰਾਉਣੀ। ਹੁਕਮ ਮੰਨਿਆ ਹੋਵੇ ਪਰਮਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜੇ ਹੁਕਮ ਉਹਦੇ ਦਰ ਤੇ ਪ੍ਰਵਾਨ ਹੋ ਜੇ, ਸਾਡੇ ਸਿਮਰਨ ਕਰਦਿਆਂ ਉਹਦੀ ਗੱਲ ਮੰਨਦਿਆਂ ਸਾਡਾ ਮਨ ਜਿਹੜਾ ਉਹਦੇ ਨਾਲ ਜੁੜ ਜਾਏ, ਉਹਦਾ ਮਨ ਮੰਨ ਜੇ, ਤਾਂ ਖਸਮੇ ਕਾ ਮਹਿਲ ਪਾਏ ਸੀ। ਫਿਰ ਉਹ ਕਹਿੰਦੇ ਖੋਲ ਕੁਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਫਿਰ ਜਦੋਂ ਜਿਸ ਤਰ੍ਹਾਂ ਦਾ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਜਿਹੜਾ ਸਤਿਗੁਰਾਂ ਨੇ ਬਾਹਰ ਦੱਸਿਆ ਸੀ, ਜਿਹੜਾ ਇਸ ਤਰ੍ਹਾਂ ਚੱਲਿਆ, ਉਹਨੂੰ ਅੰਦਰ ਖੋਲ ਕੇ ਉਹਨੂੰ ਮਹਿਲ ਦਿਖਾ ਦਿੱਤਾ ਜੀ, ਉਹਨੂੰ ਮਹਿਲ ਵਿੱਚ ਬੁਲਾ ਲਿਆ। ਇਸ ਕਰਕੇ ਕਹਿੰਦੇ ਕੀ ਹੈ ਕਿ ਖਸਮੈ ਭਾਵੈ ਸੋ ਕਰੈ ਮਨ ਚਿੰਦਿਆ, ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ। ਉਹਨੂੰ ਫਿਰ ਦਰਗਾਹ ਦੇ ਵਿੱਚ ਵੀ ਆਦਰ ਮਾਨ ਮਿਲਦਾ, ਪ੍ਰਭੂ ਦੀ ਦਰਗਾਹ ਦੇ ਵਿੱਚ। ਆਓ ਫਿਰ ਆਪਾਂ ਨੂੰ ਵੀ ਦੱਸਿਆ ਵੀ ਜਦੋਂ ਆਪਾਂ ਸਿਮਰਨ ਕਰਨਾ ਹੈ, ਇਹ ਭੇਦ ਦੱਸ ਦਿੱਤਾ ਵੀ ਇਹਦੇ ਵਿੱਚ ਜਿਹੜੀ ਯੁਕਤੀ ਆਪਾਂ ਨੂੰ ਦੱਸੀ ਹੈ, ਸਭ ਤੋਂ ਪਹਿਲਾਂ ਜਿਹੜੀ ਪਹਿਲੀ ਯੁਕਤੀ ਉਹ ਹੈ, ਜਦੋਂ ਆਪਾਂ ਨੂੰ ਗਿਆਨ ਮਿਲ ਜਾਂਦਾ ਹੈ, ਇਸ ਨੂੰ ਛੱਡ ਕੇ ਇਸ ਸਰੀਰ ਵਿੱਚ ਪ੍ਰਵੇਸ਼ ਹੋਣਾ। ਇਸ ਸਰੀਰ ਵਿੱਚ ਪ੍ਰਵੇਸ਼ ਹੋਣ ਲਈ ਉਹਨਾਂ ਨੇ ਇੱਕ ਵਿਧੀ ਦੱਸੀ, ਤਰੀਕਾ ਵੀ ਸਾਸ ਗ੍ਰਾਸ ਸਿਮਰਨ ਕਰੋ। ਉਹ ਦੱਸਿਆ ਵੀ ਤਨ ਘਰ ਮਟਕੀ ਮਨ ਮਹਿ ਬੈਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਇਹਦੇ ਵਿੱਚ ਸ਼ਬਦ ਪਾ ਕੇ ਹਰ ਕਾ ਬਲੋਗ ਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਇਹਦੇ ਵਿੱਚ ਸ਼ਬਦ ਪਾ ਕੇ ਪਹਿਲਾਂ ਇੱਧਰ ਲਿਆਉਣ ਲਈ ਇਹਦੇ ਚ ਸ਼ਬਦ ਪਾ ਕੇ ਰਿੜਕੋ। ਤੇ ਉਹ ਜਦੋਂ ਸ਼ਬਦ ਆਪਾਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰਦੇ, ਇਹਦੇ ਵਿੱਚ ਪ੍ਰਵੇਸ਼ ਹੁੰਦੇ ਆਪਾਂ। ਪਾਉਣ ਚ ਫਿਰ ਆਪਾਂ ਬਾਅਦ ਵਿੱਚ ਪਾਉਣ ਚ ਪ੍ਰਵੇਸ਼ ਹੁੰਦੇ। ਇਹਦੇ ਵਿੱਚ ਪਹਿਲਾਂ ਪ੍ਰਵੇਸ਼ ਹੋਣ ਲਈ ਆਪਾਂ ਨੂੰ ਸਿਮਰਨ ਕਿਹਾ। ਉਹ ਜਦੋਂ ਆਪਾਂ ਸਿਮਰਨ ਕਰਾਂਗੇ ਤੇ ਉਹ ਆਪਾਂ ਨੂੰ ਫਿਰ ਜਿਹੜਾ ਸਰੀਰ ਵਿੱਚ ਪ੍ਰਵੇਸ਼ ਹੋਵਾਂਗੇ, ਉਹਨੂੰ ਕਿਹਾ ਵੀ ਇਹਨੂੰ ਮਟਕੀ ਬਣਾ ਲਓ, ਜਿੱਦਾਂ ਅੱਗੇ ਦੁੱਧ ਰਿੜਕਦੇ ਸੀ ਤੇ ਉਹਦੇ ਵਿੱਚ ਇਹਦੇ ਵਿੱਚ ਜਿਹੜਾ ਆਪਾਂ ਸਾਰੀ ਦਿਹਾੜੀ ਦਹੀਂ ਕੱਢਦਾ ਇਹ ਦੁੱਧ, ਫਿਰ ਉਹਨੂੰ ਯਾਗ ਲੱਗਦਾ, ਉਹ ਯਾਗ ਵਾਲਾ ਫਿਰ ਦਹੀਂ ਜਿਹੜਾ ਸੀ ਉਹ ਭਾਂਡੇ ਵਿੱਚ ਪਾਉਂਦੇ ਸੀ ਤੇ ਮਧਾਣੀ ਪਾ ਕੇ ਰਿੜਕਦੇ ਸੀ ਅੱਗੇ ਬੀਬੀਆਂ।
ਤੇ ਉਹਦੇ ਚੋਂ ਮੱਖਣ ਨਿਕਲਦਾ ਸੀ, ਬੜੇ ਤਰੀਕੇ ਨਾਲ ਰਿੜਕਦੇ ਸੀ। ਉਹ ਰਿੜਕਣਾ ਵਾਧੂ ਨਹੀਂ ਸੀ ਮਾਰਦੇ, ਤੇਜ਼ ਨਹੀਂ ਸੀ ਮਾਰਦੇ, ਹੌਲੀ ਨਹੀਂ ਸੀ, ਉਹ ਬੜੇ ਤਰੀਕੇ ਨਾਲ ਇੱਕ ਲੈ ਦੇ ਵਿੱਚ ਵਾਹ ਗੁਰੂ ਵਾਹ ਗੁਰੂ, ਉਹ ਜਿਹੜਾ ਉੱਥੇ ਮੱਖਣ ਨਿਕਲਦਾ, ਇੱਥੇ ਉਹਨੂੰ ਅੰਮ੍ਰਿਤ ਕਹਿ ਦਿੱਤਾ। ਵੀ ਇਸ ਤਰ੍ਹਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋਗੇ, ਇਹਦੇ ਚੋਂ ਅੰਮ੍ਰਿਤ ਰਸ ਆਏਗਾ ਤੁਹਾਨੂੰ, ਤੇ ਇਹ ਮਨ ਦੀ ਖੁਰਾਕ ਤੇ ਤਨ ਦੀ, ਜੀਵਾਂ ਦੀ ਵੀ ਖੁਰਾਕ ਅੰਮ੍ਰਿਤ, ਦੋਨਾਂ ਦੀ, ਤਨ ਤੇ ਮਨ ਦੋਨੋਂ ਹੀ ਜਿਹੜੇ ਸੁਖੀ ਹੋ ਜਾਂਦੇ। ਆਓ ਫਿਰ ਆਪਾਂ ਜਿਸ ਤਰ੍ਹਾਂ ਆਪਾਂ ਨੂੰ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਾਂ ਉਸੇ ਤਰੀਕੇ ਨਾਲ ਜਿਹੜਾ ਉਹ ਸਿਮਰਨ ਕਰੀਏ, ਫਿਰ ਅੱਗੇ ਵਿਚਾਰ ਕਰਦੇ। ਆਓ ਜੀ, ਕਰੋ ਕਿਰਪਾ। ਵਾਹਿਗੁਰੂ 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 ਵਾਹਿਗੁਰੂ
Muru, Ra, 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 Muru, Muru, Ra, 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 Muru,
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਆਪਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਇਹ ਵਿਖਰੀ ਹੋਈ ਸੁਰਤੀ ਨੂੰ ਇਕਾਗਰ ਕਰਨ ਲਈ ਗੁਰਮੰਤਰ ਦਾ ਜਾਪ ਕਰਨਾ। ਜਿਸ ਤਰ੍ਹਾਂ ਪਾਉਣ ਆ ਰਹੀ ਹੈ, ਕਿਸ ਤਰ੍ਹਾਂ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ, ਜਿਸ ਤਰ੍ਹਾਂ ਆਪਾਂ ਸਿਰਫ ਉਦਾਹਰਨ ਲਈ ਸਮਝਣ ਲਈ, ਜਿੱਦਾਂ ਦੇਖਦੇ ਆਪਣਾ ਬਾਲ ਹੁੰਦਾ ਹੈ, ਬਾਲ ਫੁੱਟਬਾਲ ਜਿਹਨੂੰ ਕਹਿ ਲਓ, ਤੇ ਉਹ ਜਾਂ ਹੈਂਡਬਾਲ ਜਾਂ ਵਾਲੀਬਾਲ, ਉਹ ਥੱਲੇ ਮਾਰਦੇ ਨਾ ਆਪਾਂ, ਉਹ ਫਿਰ ਉੱਪਰ ਉੱਠ ਜਾਂਦਾ, ਫਿਰ ਥੱਲੇ ਮਾਰਦੇ ਫਿਰ ਉੱਪਰ ਉੱਠ ਜਾਂਦਾ। ਏਦਾਂ ਆਪਾਂ ਜਦੋਂ ਸ਼ਬਦ ਨੂੰ ਨਾਭੀ ਤੇ ਏਦਾਂ ਆਪਣੀ ਚੋਟ ਹੁੰਦੀ ਹੈ, ਵਾਹਿਗੁਰੂ 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 ਵਾਹਿਗੁਰੂ, ਉਹ ਫਿਰ ਉੱਪਰ ਆਉਂਦਾ, ਆਪਾਂ ਥੱਲੇ ਨੂੰ ਖੇਡਦੇ। ਇਹ ਆਪਾਂ ਨਾਭੀ ਵਾਲਾ ਪਾਸਾ ਦ੍ਰਿੜ ਕਰਨੇ, ਦੋਨੋਂ ਸਿਰੇ ਆਪਾਂ ਨੂੰ ਦੱਸੇ, ਉੱਪਰ ਵਾਲਾ ਵੀ ਤੇ ਥੱਲੇ ਵਾਲਾ। ਇਹ ਜਦੋਂ ਆਪਾਂ ਇਸ ਤਰ੍ਹਾਂ ਸਿਮਰਨ ਕਰਦੇ, ਇਹਦੇ ਨਾਲ ਫਿਰ ਆਪਣਾ ਜਿਹੜਾ ਸਵਾਸ ਗਰਾਸ ਦ੍ਰਿੜ ਹੁੰਦਾ ਹੈ। ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਕਿਹਾ ਵੀ ਇਹਦੇ ਚੋਂ ਤ੍ਰੈ ਗੁਣਾ ਚੋਂ ਨਿਕਲ ਕੇ ਸਰੀਰ ਚ ਆਉਣਾ, ਪ੍ਰਵੇਸ਼ ਹੋਣਾ, ਤੇ ਫਿਰ ਆਪਣਾ ਜਦੋਂ ਹੌਲੀ ਹੌਲੀ ਮਨ ਦੇਖਿਆ ਵੀ ਹੁਣ ਵਿਚਾਰ ਰੁਕ ਗਏ, ਤੇ ਨਾਭੀ ਤੇ ਆਸਣ ਲਾ ਕੇ ਬੈਠ ਜਾਣਾ, ਤੇ ਹੋਰ ਟਿਕਾ ਚ ਜਾਣਾ। ਨਾਭੀ ਤੋਂ ਧਿਆਨ ਪਿਛਲੇ ਪਾਸੇ ਨੂੰ ਰੀੜ ਦੀ ਹੱਡੀ ਵੱਲ ਨੂੰ ਲੈ ਆਵਾਂਗੇ, ਤੇ ਮਨ ਹੋਰ ਟਿਕਾ ਚ ਜਾਈ ਜਾਂਦਾ, ਉੱਥੇ ਆਸਣ ਲਾ ਕੇ ਬੈਠ ਜਾਣਾ ਨਿਰਵਿਚਾਰ ਹੋ ਕੇ। ਜਦੋਂ ਇਸ ਤਰ੍ਹਾਂ ਆਪਾਂ ਕਰਦੇ ਹਾਂ, ਫਿਰ ਆਪਾਂ ਨੂੰ ਹੌਲੀ ਹੌਲੀ ਜਿਹੜਾ ਇਹ ਸਾਰਾ ਭੇਦ ਆਉਂਦਾ ਹੈ, ਤੇ ਸਤਿਗੁਰ ਕਿਰਪਾ ਕਰਦੇ। ਇਸ ਤਰ੍ਹਾਂ ਕਿਰਪਾ ਕਰਨ ਸਾਰਿਆਂ ਤੇ ਆਪਾਂ ਜੋ ਹੈ ਇਹ ਜਿਹੜੀ ਗੁਰਮਤਿ ਜੀਵਨ ਜਾਚ ਹੈ, ਇਹ ਭਾਈ ਸਾਹਿਬ ਨੇ ਆਪਾਂ ਨੂੰ ਸਿਖਾਈ ਗੁਰਬਾਣੀ ਗੁਰੂ ਦੁਆਰਾ, ਇਹ ਆਪਾਂ ਹੌਲੀ ਹੌਲੀ ਜਿਹੜਾ ਹੈ ਉਹਨੂੰ ਸਮਝੀਏ ਤੇ ਨਾਲ ਨਾਲ ਕਮਾਈਏ, ਤੇ ਤਾਂ ਕਿ ਆਪਾਂ ਆਪਣੇ ਜੀਵਨ ਦਾ ਲਾਹਾ ਲੈ ਸਕੀਏ। ਹਾਂ, ਉਹ ਜਿਹੜੀ ਵਿਚਾਰ ਸੀ ਵੀ ਜੋ ਗੁਰਮੁਖ ਨੇ ਜਿਹੜੀ ਸੀ ਉਹ ਇਸ ਤਰ੍ਹਾਂ ਸੇਵਾ ਕੀਤੀ, ਆਪਾਂ ਸਮਰਪਣ ਕਰਕੇ ਭਾਈ ਲਹਿਣਾ ਜੀ ਨੇ, ਸਤਿਗੁਰੂ ਅੰਗਦ ਦੇਵ ਜੀ ਨੇ ਜਦੋਂ ਸੇਵਾ ਕੀਤੀ, ਤੇ ਉਹ ਜਿਹੜਾ ਸੇਵਕ ਹੈ ਉਹਦਾ ਫਿਰ ਆਪਾਂ ਨੂੰ ਦੱਸਿਆ
भी ऐसी सेवक सेवा करे जिसका जियो तिस आगे धरे। ਇਹ ਮਨ ਨੂੰ ਉਹਦੇ ਅੱਗੇ ਰੱਖ ਦੇਵੇ ਜਿਨਨੇ ਮਨ ਨੂੰ ਪੈਦਾ ਕੀਤਾ ਹੈ ਤੇ ਤਨ ਨੂੰ ਪੈਦਾ ਕੀਤਾ ਹੈ। ਜਦੋਂ ਇਸ ਤਰ੍ਹਾਂ ਦੀ ਜਿਹੜੀ ਉਹ ਸੇਵਾ ਕਰਦਾ ਹੈ, ਕਹਿੰਦੇ ਐਸਾ ਸੇਵਕ ਐਸੀ ਸੇਵਕ ਸੇਵਾ ਕਰੇ ਜਿਸका जियो तिस आगे धरे। ਸਾਹਿਬ ਭਾਵੈ ਸੋ ਪ੍ਰਵਾਨ ਸੋ ਸੇਵਕ ਦਰਗਹਿ ਪਾਵੈ ਮਾਨ। ਉਹਨੂੰ ਫਿਰ ਕਹਿੰਦੇ ਇੱਥੇ ਵੀ ਤੇ ਉਸ ਲੋਕ ਚ ਵੀ ਦਰਗਾਹ ਚ ਵੀ ਮਾਨ ਮਿਲਦਾ ਹੈ। ਇਸ ਤਰ੍ਹਾਂ ਜਿਹੜਾ ਹੈ ਆਪਾਂ ਨੂੰ ਭਾਣਾ ਮੰਨਣ ਦਾ ਦੱਸਿਆ ਹੈ। ਇਹ ਆਪਾਂ ਸਤਿਗੁਰ ਕਿਰਪਾ ਕਰਨ ਆਪਾਂ ਸਾਰੇ ਇਹ ਜੀਵਨ ਦਾ ਲਾਹਾ ਲਈਏ। ਆਓ ਜੋ ਆਪਾਂ ਅਖੀਰ ਦੇ ਵਿੱਚ ਜਿਹੜਾ ਆਪਾਂ ਆਖਿਆ ਦਾ ਸ਼ਬਦ ਅੱਗੇ ਪੜ੍ਹਦੇ ਸੀ ਉਹ ਵੀ ਪਿਛਲੀ ਵਾਰੀ ਆਪਾਂ ਵਿਸਰ ਗਏ ਤੇ ਗੁਰਮੁਖ ਕਹਿੰਦੇ ਸੀ ਵੀ ਉਹ ਤੁਸੀਂ ਜ਼ਰੂਰ ਪੜ੍ਹਿਆ ਕਰੋ। ਤੇ ਆਓ ਫਿਰ ਆਪਾਂ ਸ਼ਬਦ ਉਹ ਵੀ ਪੜ੍ਹ ਕੇ ਅੱਜ ਫਿਰ ਵਿਸਰ ਚੱਲੇ ਸੀ ਤੇ ਉਹ ਫਿਰ ਬਾਅਦ ਵਿੱਚ ਸਮਾਪਤੀ ਹੈ। ਰੱਖੇ ਰੱਖਣ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਹੋਆ ਆਪ ਦਿਆਲ ਮਨੋ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਪਵ ਜਲ ਤਾਰਿਆਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।